ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਸਾਰੀਆਂ ਸੰਗਤਾਂ ਆਪੋ ਆਪਣੀ ਹਾਜ਼ਰੀ ਮਾਲਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਈਏ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਗੁਰੂ ਦੂਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਵਿੱਚ ਬੜਾ ਹੀ ਵੱਡਾ ਧੀਰਜ ਹੈ, ਬਹੁਤ ਵੱਡੀ ਸ਼ਾਂਤੀ ਹੈ, ਬੜਾ ਵੱਡਾ ਧੀਰਜ ਹੈ, ਜਿਨ੍ਹਾਂ ਨੇ ਅਜਰ ਨੂੰ ਆਪਣੇ ਵਿੱਚ ਜਰ ਕੇ ਰੱਖਿਆ ਹੋਇਆ ਜੀ। ਐਸੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦਾ ਜਿਹੜਾ ਜੀਵਨ ਬਿਰਤਾਂਤ ਹੈ ਬਹੁਤੇ ਵਿਸਥਾਰ ਵਾਲਾ ਨਹੀਂ ਮਿਲਦਾ, ਸੰਖੇਪ ਰੂਪ ਵਿੱਚ ਮਿਲਦਾ ਜੀ। ਕੱਲ੍ਹ ਵੀ ਗੁਰਮੁਖ ਪਿਆਰੇ ਆਏ ਸਨ, ਉਹ ਜਦੋਂ ਮਹਾਰਾਜ ਜੀ ਦੀ ਕਥਾ ਗੁਰੂ ਅੰਗਦ ਦੇਵ ਜੀ ਦੀ ਸਰਵਣ ਕਰ ਰਹੇ ਸਨ ਤੇ ਉਹਨਾਂ ਆਖਿਆ ਵੀ
ਬੜੀ ਛੇਤੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਆ ਗਿਆ। ਕਿਉਂਕਿ ਸਾਧ ਸੰਗਤ ਜੀ, ਇੱਕ ਤੇ ਰਹੇ ਵੀ ਮਹਾਰਾਜ ਥੋੜਾ ਸਮਾਂ ਗੁਰਤਾ ਗੱਦੀ ਤੇ, ਇੱਕ ਮਹਾਰਾਜ ਨੇ ਬਹੁਤ ਸਾਰੀ ਤਾਕਤ ਨੂੰ ਆਪਣੇ ਵਿੱਚ ਜਰ ਕੇ ਰੱਖਿਆ ਜੀ, ਕਿਸੇ ਨੂੰ ਨਹੀਂ ਦੱਸਿਆ। ਬਹੁਤ ਵੱਡੀ ਤਾਕਤ ਮਹਾਰਾਜ ਨੇ ਆਪਣੇ ਵਿੱਚ ਜਰ ਕੇ ਰੱਖੀ ਜੀ, ਔਰ ਇਹ ਸਾਨੂੰ ਵੀ ਸਿੱਖਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਜਿੰਨਾ ਕੋਈ ਧੀਰਜ ਧਾਰੀ ਵੱਧ ਹੋਵੇਗਾ ਨਾ ਜੀ, ਓਨੀ ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਵੱਧ ਹੋਵੇਗੀ ਜੀ, ਓਨੀ ਉਹਦੇ ਵਿੱਚ ਕਿਰਪਾ ਵੱਧ ਹੋਵੇਗੀ, ਓਨੀ ਉਹਦੇ ਵਿੱਚ ਮਿਹਰ ਜ਼ਿਆਦਾ ਹੋਏਗੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕਰ ਦਿੱਤੀ ਜੀ। ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਬਖਸ਼ਿਸ਼ਾਂ ਜਿਤਨੀਆਂ ਵੀ ਸਨ, ਉਹ ਸਾਰੀਆਂ ਦੀਆਂ ਸਾਰੀਆਂ ਗੁਰੂ ਅਮਰਦਾਸ ਜੀ ਦੇ ਚਰਨੀ ਲਾ ਦਿੱਤੀਆਂ ਜੀ। ਭਾਵੇਂ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਮਹਾਰਾਜ ਮੈਨੂੰ ਤੇ ਤੁਸੀਂ ਚਾਹੀਦੇ 'ਚ, ਹੋਰ ਕੁਝ ਨਹੀਂ ਚਾਹੀਦਾ। ਪਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਤੁਸੀਂ ਹੁਣ ਭਾਵੇਂ ਕੁਝ ਵਰਤੋ ਭਾਵੇਂ ਨਾ ਵਰਤੋ, ਇਹ ਸ਼ਕਤੀਆਂ ਰਹਿਣਗੀਆਂ ਤੁਹਾਡੇ ਕੋਲ ਹੀ ਜੀ। ਵੇਖ ਲਓ, ਵਰਤੀਆਂ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਨਹੀਂ ਜੀ, ਬਹੁਤ ਥੋੜੀਆਂ ਵਰਤੀਆਂ ਜੀ। ਉਹਦੇ ਤੋਂ ਬਾਅਦ ਮਹਾਰਾਜ ਨੇ ਲੰਗਰ ਦੇ ਵਿੱਚ ਭੇਜਿਆ, ਸੰਗਤਾਂ ਨੂੰ ਲੰਗਰ ਵਰਤਾਓ। ਕੁਝਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਜੀ, ਮਨ ਬੜਾ ਬੇਈਮਾਨ ਹੈ ਜੀ, ਮਨ ਸ਼ੰਕੇ ਕਰਨੋਂ ਨਹੀਂ ਜੇ ਹਟਦਾ। ਤੇ ਮਾਫ ਕਰਿਓ, ਮਨ ਪੂਰੇ ਗੁਰੂ ਉੱਤੇ ਵੀ ਸ਼ੰਕਾ ਕਰੀ ਜਾਂਦਾ ਜੀ। ਗੁਰੂ ਅੰਗਦ ਦੇਵ ਸਾਹਿਬ ਪ੍ਰਤੱਖ ਸਰੀਰ ਕਰਕੇ ਬੈਠੇ ਆ। ਕੁਝ ਪ੍ਰੇਮੀਆਂ ਨੂੰ ਸ਼ੰਕਾ ਪੈਦਾ ਹੋਇਆ ਵੀ ਪਤਾ ਨਹੀਂ ਇਹ ਗੁਰੂ ਨਾਨਕ ਸਾਹਿਬ ਵਾਂਗੂ ਸਮੇਤ ਸਰੀਰ ਸੱਚਖੰਡ ਜਾ ਸਕਦੇ ਕਿ ਨਹੀਂ ਜਾ ਸਕਦੇ ਜੀ। ਮਹਾਰਾਜ ਨੇ ਉਹਨਾਂ ਦਾ ਸ਼ੰਕਾ ਵੇਖਿਆ, ਵਾਹਿਗੁਰੂ ਵਿਚਾਰਿਆ, ਜੇ ਸਾਡੇ ਸਿੱਖਾਂ ਦੇ ਵਿੱਚ ਸ਼ੰਕਾ ਹੀ ਰਹਿ ਗਿਆ, ਇਹਨਾਂ ਦਾ ਕਲਿਆਣ ਕਿਵੇਂ ਹੋਏਗਾ ਜੀ। ਪਿਆਰਿਓ, ਇੱਕ ਗੱਲ ਚੇਤਾ ਰੱਖਿਓ, ਕਿੰਤੂ ਪਰੰਤੂ ਕਰਨਾ ਸੌਖਾ ਤੇ ਬੜਾ ਹੈ, ਪਰ ਇਹਦੇ ਨਾਲ ਬੰਦੇ ਦੇ ਕੀਤੇ ਜਿਹੜੇ ਪੁੰਨ ਹੈ ਨਾ, ਉਹ ਪੁੰਨ ਨਾਸ ਹੋ ਜਾਂਦੇ ਜੀ। ਚੰਗੇ ਕਰਮ ਜਿਹੜੇ ਆ ਉਹ ਨਾਸ ਹੋ ਜਾਂਦੇ ਜੀ। ਇਸ ਕਰਕੇ ਭੁੱਲ ਕੇ ਵੀ ਆਪਣੇ ਗੁਰੂ ਉੱਤੇ ਸ਼ੰਕਾ ਨਹੀਂ ਕਰਨਾ ਜੀ, ਗੁਰੂ ਉੱਤੇ ਸ਼ੰਕਾ ਨਹੀਂ ਕਰਨਾ, ਬਲਕਿ ਇਹ ਕਹਿਣਾ, ਸਤਿਗੁਰ ਮੇਰਾ ਵੱਡ ਸਮਰੱਥਾ। ਮੇਰੇ ਸੱਚੇ ਪਾਤਸ਼ਾਹ ਬੜੇ ਵੱਡੇ ਸਮਰੱਥ ਹਨ, ਮੇਰੇ ਸੱਚੇ ਪਾਤਸ਼ਾਹ ਪੂਰੇ ਹਨ। ਮਨ ਵਿੱਚ ਇਹ ਭਾਵਨਾ ਰੱਖਣੀ ਹੈ, ਸਤਿਗੁਰ ਮੇਰਾ ਵੱਡ ਸਮਰੱਥਾ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ। ਸਮਰੱਥ ਪਤਾ ਕਿਹਨੂੰ ਕਹਿੰਦੇ ਆ ਜੀ? ਸਮਰੱਥ ਉਹਨੂੰ ਕਹਿੰਦੇ ਜਿਹੜਾ ਸਭ ਕੁਝ ਹੀ ਕਰ ਸਕਦਾ ਹੋਵੇ ਜੀ। ਸੋ ਮਹਾਰਾਜ ਉੱਤੇ ਸ਼ੰਕਾ ਕੀਤੀ ਪ੍ਰੇਮੀਆਂ ਨੇ, ਤੇ ਮਹਾਰਾਜ ਉਸੇ ਵੇਲੇ ਹੀ ਆਪਣਾ ਸਰੀਰ ਜਿਹੜਾ ਅੰਤਰ ਧਿਆਨ ਹੋ ਗਏ। ਸੰਗਤਾਂ ਮਹਾਰਾਜ ਨੂੰ ਲੱਭਣ ਲੱਗੀਆਂ। ਫਿਰ ਗੁਰੂ ਅਮਰਦਾਸ ਸਾਹਿਬ ਆਏ, ਉਹਨਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੜੀ ਸ਼ੋਭਾ ਕੀਤੀ, ਬੜੀ ਸਿਫਤ ਕੀਤੀ, ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵਾਪਸ ਆਵੋ। ਇੱਕਦਮ ਪ੍ਰਕਾਸ਼ ਹੋਇਆ, ਤੇ ਉਸ ਪ੍ਰਕਾਸ਼ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਮੁੜ ਵਾਪਸ ਆ ਗਏ ਜੀ। ਇਹ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ। ਫਿਰ ਇੱਕ ਬੇਨਤੀ ਹੈ, ਕਦੀ ਗੁਰੂ 'ਤੇ ਸ਼ੰਕਾ ਨਹੀਂ ਕਰਨਾ। ਕਿੰਤੂ ਪਰੰਤੂ ਕਰਨ ਵਾਲੇ ਜਿਹੜੇ ਹੁੰਦੇ ਨਾ ਜੀ, ਉਹ ਖਾਲੀ ਰਹਿ ਜਾਂਦੇ, ਅਧੂਰੇ ਰਹਿ ਜਾਂਦੇ ਆ। ਛੋਟੀ ਜੀ ਤੇ ਸਾਡੀ ਜ਼ਿੰਦਗੀ ਹੈ ਜੀ, ਹਾਂਜੀ, ਉਹਦੇ ਵਿੱਚ ਵੀ ਬੰਦਾ ਗੁਰੂ 'ਤੇ ਸ਼ੰਕਾ ਕਰੇ ਤੇ ਦੱਸੋ ਪ੍ਰਾਪਤੀ ਕੀ ਕਰੇਗਾ ਜੀ? ਪ੍ਰਾਪਤੀ ਕੀ ਕਰੇਗਾ? ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਸਰਵਣ ਕਰੀਏ। ਦੋਵੇਂ ਹੱਥ ਜੋੜੋ, ਪਿਆਰ ਨਾਲ ਕਹੋ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਅਮਰਦਾਸ ਹੋਏ ਪਾਸ ਗੁਰ ਨਿਜ ਅਰਦਾਸ ਪ੍ਰਕਾਸ਼ ਅਦਭੁਤ ਲੀਲਾ ਆਪ ਕੀ ਸਦਾ ਬਿਲਾਸ ਹੁਲਾਸ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਫਿਰ ਗੁਰੂ ਅੰਗਦ ਦੇਵ ਜੀ ਦੇ ਪਾਸ ਬੈਠ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਜਿਹੜੀ ਲੀਲਾ ਹੈ ਬੜੀ ਅਦਭੁਤ ਹੈ ਮਹਾਰਾਜ, ਸਾਡੇ ਜੀਵਾਂ ਦੇ ਸਮਝ ਨਹੀਂ ਆ ਸਕਦੀ ਕਿ ਮਹਾਰਾਜ ਆਪ ਜੀ ਦੀ ਕੀ ਲੀਲਾ ਹੈ। ਹਾਂਜੀ ਚੌਪਈ ਇਹ ਕਾਰਨ ਕਿਮ ਰਾਵਰ ਕੀਨਾ ਹਾਂਜੀ ਸਭ ਤੇ ਮਨ ਅਚਰਜ ਵੱਡ ਦੀਨਾ। ਮਹਾਰਾਜ ਆਪ ਜੀ ਇੱਕਦਮ ਅਲੋਪ ਹੋ ਗਏ, ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਸੱਚੇ ਪਾਤਸ਼ਾਹ। ਹਾਂਜੀ ਇਸ ਪ੍ਰਕਾਰ ਨਹਿ ਉਚਿਤ ਤੁਮਾਰੇ ਪਰਮ ਧਾਮ ਕੋ ਜਥਾ ਸਿਧਾਰੇ। ਸੱਚੇ ਪਾਤਸ਼ਾਹ ਜੇ ਆਪ ਜੀ ਨੇ ਬੈਕੁੰਠ ਵੀ ਜਾਣਾ ਹੈ ਮਹਾਰਾਜ ਸਾਨੂੰ ਦੱਸ ਕੇ ਜਾਓ। ਮਹਾਰਾਜ ਇੱਕਦਮ ਇੰਨਾ ਵੱਡਾ ਵਿਛੋੜਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੰਗਤ ਜੀ ਅਜੇ ਕਿ ਗੁਰੂ ਅਮਰਦਾਸ ਜੀ ਨੂੰ ਪਤਾ ਵੀ ਸਿੱਖਾਂ ਨੇ ਸ਼ੰਕਾ ਕੀਤੀ ਹੈ, ਪਰ ਫਿਰ ਵੀ ਆਪਣੀ ਅੰਤਰਯਾਮਤਾ ਨਹੀਂ ਦੱਸ ਰਹੇ ਵੀ ਮੈਂ ਅੰਤਰਯਾਮੀ ਹਾਂ ਤੇ ਮਹਾਰਾਜ ਨੂੰ ਮੈਂ ਕਹਾਂ ਮਹਾਰਾਜ ਸਿੱਖਾਂ ਸ਼ੰਕਾ ਕੀਤੀ ਸੀਗੀ, ਮਹਾਰਾਜ ਤੁਸੀਂ ਤਾਂ ਅਲੋਪ ਹੋਏ ਨਹੀਂ, ਬਲਕਿ ਬੇਨਤੀ ਕਰ ਰਹੇ ਵੀ ਮਹਾਰਾਜ ਕੀ ਕਾਰਨ ਸੀਗਾ। ਹਾਂਜੀ ਸ਼੍ਰੀ ਅੰਗਦ ਸੁਨ ਤਬੈ ਬਖਾਨਾ ਸਿੱਖਨ ਕੇ ਮਨ ਸ਼ੰਕ ਮਹਾਨਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੂਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਾਬਾ ਜੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਸਿੱਖਾਂ ਦੇ ਮਨ ਵਿੱਚ ਨਾ ਸ਼ੰਕਾ ਪੈਦਾ ਹੋ ਗਈ ਸੀ, ਸ਼ੱਕ ਪੈਦਾ ਹੋ ਗਿਆ ਸੀਗਾ। ਹਾਂਜੀ ਸਹਿਤ ਸਰੀਰ ਬੈਕੁੰਠ ਸਿਧਾਰੇ ਆਪਸ ਮੈਂ ਮਿਲ ਕਰਤ ਉਚਾਰੇ। ਤੇ ਉਹ ਵਿਚਾਰਾਂ ਕਰਦੇ ਸੀ ਵੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਤੇ ਸਰੀਰ ਦੇ ਸਮੇਤ ਸੱਚਖੰਡ ਗਏ ਆ, ਪਤਾ ਨਹੀਂ ਇਹ ਜਾ ਸਕਦੇ ਕਿ ਨਹੀਂ ਜਾ ਸਕਦੇ। ਹਾਂਜੀ ਏਵ ਨਾ ਕਰਤੇ ਸ਼ਰਧਾ ਨਾਸਤ ਲਗਤ ਦੋਸ ਮਮ ਦਾਸਨ ਗ੍ਰਾਸਤ। ਤੇ ਅਸੀਂ ਜੇ ਚੁੱਪ ਕਰਕੇ ਸਰੀਰ ਤਿਆਗ ਦਿੰਦੇ ਤੇ ਇਹਨਾਂ ਨੇ ਕੱਲ ਨੂੰ ਤੁਹਾਡੇ ਤੇ ਵੀ ਸ਼ੰਕਾ ਕਰਨਾ ਸੀਗਾ ਵੀ ਪਤਾ ਨਹੀਂ ਉਹ ਤਾਕਤ ਇਹਨਾਂ ਵਿੱਚ ਹੈ ਜਾਂ ਨਹੀਂ ਹੈ। ਤੇ ਤਾਕਤ ਗੁਰੂ ਨਾਨਕ ਸਾਹਿਬ ਵਾਲੀ ਚੱਲ ਰਹੀ ਸਾਰੀ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਵਾਲੀ ਤਾਕਤ ਹੈ ਸਾਰੀ ਜੀ। ਮਹਾਰਾਜ ਕਹਿੰਦੇ ਜੇ ਏਵ ਨਾ ਕਰਤੇ ਸ਼ਰਧਾ ਨਾਸਤ, ਜੇ ਇਹ ਕੰਮ ਨਾ ਕਰਦੇ ਤਾਂ ਸ਼ਰਧਾ ਖਤਮ ਹੁੰਦੀ ਸੀਗੀ। ਲਾਗਤ ਦੋਸ਼ ਮਮ ਦਾਸਨ ਗ੍ਰਾਸਤ, ਤੇ ਜੇ ਸਿੱਖਾਂ ਦੇ ਵਿੱਚ ਸ਼ਰਧਾ ਨਾ ਰਹਿੰਦੀ ਤੇ ਨਾ ਉਹਨੂੰ ਦੋਸ਼ ਲੱਗਣਾ ਸੀਗਾ। ਹਾਂਜੀ ਸਭ ਹਿਨ ਮਨ ਸ਼ੰਕਾ ਮਲ ਧਾਰੀ ਇਹੋ ਕ੍ਰਿਤ ਕਲ ਜਲ ਸਾਥ ਪਖਾਰੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਮਾਨੋ ਇਹਨਾਂ ਦੇ ਹੱਥਾਂ ਨੂੰ ਸ਼ੰਕਾ ਦੀ ਮੈਲ ਲੱਗ ਗਈ ਸੀਗੀ ਤੇ ਅਸੀਂ ਇਹ ਕੰਮ ਕਰਕੇ ਨਾ ਉਹ ਮੈਲ ਤੇ ਜਲ ਪਾ ਦਿੱਤਾ ਤੇ ਇਹਨਾਂ ਦੀ ਸ਼ੰਕਾ ਦੀ ਮੈਲ ਲੱਥ ਗਈ। ਕਹਿਣ ਲੱਗੇ ਹਾਂਜੀ ਮਮ ਸੰਗਤ ਤੇ ਸਿੱਖ ਸੁਖ ਪਾਵੈ ਬਿਨ ਸ਼ਰਧਾ ਸੋ ਹੱਥ ਨ ਆਵੈ। ਹੁਣ ਇਹਨਾਂ ਦੇ ਮਨ 'ਚ ਭਰੋਸਾ ਵੱਜ ਗਿਆ। ਕਹਿਣ ਲੱਗੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਤਾਕਤ ਹੈ ਤੇ ਮਮ ਸੰਗਤ ਤੇ ਸਿੱਖ ਸੁਖ ਪਾਵੈ। ਸਾਡੀ ਸੰਗਤ ਸਿੱਖ ਸੁਖੀ ਰਹਿਣਗੇ। ਕਿਉਂ? ਜੇ ਸ਼ਰਧਾ ਨਾ ਰਹਿੰਦੀ ਤੇ ਇਹਨਾਂ ਨੇ ਦੁਖੀ ਹੋ ਜਾਣਾ ਸੀਗਾ। ਹਾਂਜੀ ਬਿਗਸ ਬਦਨ ਤੇ ਬਹੁਰ ਬਖਾਨੀ ਸੁਨ ਪੁਰਖਾ ਤੂੰ ਪੂਰਨ ਗਿਆਨੀ। ਤੇ ਬਾਅਦ ਵਿੱਚ ਨਾ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਪ੍ਰਸੰਨ ਹੋ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਤੁਹਾਨੂੰ ਤੇ ਪਤਾ ਹੀ ਹੈ ਸਾਰੀ ਗੱਲ ਦਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੁਸੀਂ ਤੇ ਪੂਰਨ ਗਿਆਨੀ 'ਚ, ਤੁਹਾਨੂੰ ਤੇ ਸਭ ਗਿਆਨ ਹੈ। ਹਾਂਜੀ ਇਹ ਜਗ ਸਲਿਤਾ ਕੋ ਸੋ ਪ੍ਰਵਾਹਾ ਚੱਲਿਓ ਜਾਤ ਪੁਨ ਪੂਰਨ ਆਹਾ। ਮਹਾਰਾਜ ਕਹਿਣ ਲੱਗੇ ਜਿਹੜਾ ਸੰਸਾਰ ਹੈ ਨਾ ਇਹ ਨਦੀ ਦੇ ਪ੍ਰਵਾਹ ਵਾਂਗ ਹੈਗਾ, ਨਦੀ ਦੇ ਪ੍ਰਵਾਹ ਵਾਂਗ। ਹਾਂਜੀ ਪਾਣੀ ਚੱਲਦਾ ਜਾਂਦਾ ਚੱਲਦਾ ਜਾਂਦਾ ਚੱਲਦਾ ਜਾਂਦਾ। ਹਾਂਜੀ ਜਲ ਤਰੰਗ ਜਿਉ ਜਲ ਹੈ ਸਮਾਵੈ ਹੈ ਜਲ ਜਲ ਤੇ ਭਿੰਨ ਦਿਖਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਫਿਰ ਪਾਣੀ ਚੱਲਦਾ ਤੇ ਤਰੰਗਾਂ ਉੱਠਦੀਆਂ
ਤੇ ਤਰੰਗਾਂ ਵੇਖਣ ਵਿੱਚ ਬੰਦਾ ਕਹਿੰਦਾ ਵੀ ਇਹ ਤਰੰਗਾਂ ਨੇ, ਪਰ ਹੁੰਦੀਆਂ ਤੇ ਤਰੰਗਾਂ ਪਾਣੀ ਹੈ ਨਾ, ਹੁੰਦੀਆਂ ਤੇ ਪਾਣੀ ਹੈ ਨਾ। ਹਾਂਜੀ। ਸੰਤ ਦ્વੈਤ ਤਿਮ ਨਾਹਨ ਮਾਨੇ, ਆਤਮ ਪਰਮਾਤਮ ਇੱਕ ਜਾਣੇ। ਇਸ ਕਰਕੇ ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਉਹ ਆਤਮਾ ਤੇ ਪਰਮਾਤਮਾ ਨੂੰ ਇੱਕ ਹੀ ਜਾਣਦੇ ਆ। ਲੋਕਾਂ ਨੂੰ ਲੱਗਦਾ ਹੈ ਵੀ ਸੰਤ ਹੋਰ ਨੇ ਤੇ ਪਰਮਾਤਮਾ ਹੋਰ ਹੈ, ਪਰ ਸੰਤਾਂ ਵਿੱਚ ਰੱਬ ਵਾਲੀ ਤਾਕਤ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਜਿਮ ਜਲ ਬਿਖੈ ਬੁੱਧ ਬਦਾ ਹੋਏ, ਜਨਮ ਮਰਨ ਦੇਹਿਨ ਇਮ ਸੋਏ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਿਵੇਂ ਪਾਣੀ ਦਾ ਬੁੱਧਬਦਾ ਹੁੰਦਾ, ਪਾਣੀ ਤੋਂ ਵੱਖ ਤੇ ਨਹੀਂ ਹੁੰਦਾ, ਪਰ ਇਹ ਹੈ ਵੀ ਥੋੜ੍ਹੇ ਸਮੇਂ ਲਈ ਜਨਮ ਹੁੰਦਾ ਪਾਣੀ ਰੂਪ ਹੀ ਹੈ, ਪਰ ਥੋੜ੍ਹੇ ਸਮੇਂ ਲਈ ਜਨਮ ਹੁੰਦਾ ਫਿਰ ਖਤਮ ਹੋ ਜਾਂਦਾ। ਸੰਤ ਹੁੰਦੇ ਰੱਬ ਦਾ ਰੂਪ ਹੀ ਨੇ, ਪਰ ਥੋੜ੍ਹੇ ਸਮੇਂ ਲਈ ਸੰਸਾਰ ਵਿੱਚ ਆਉਂਦੇ ਆ, ਮੁੜ ਸੰਸਾਰ ਨੂੰ ਤਿਆਗ ਦਿੰਦੇ ਆ। ਹਾਂਜੀ। ਪੱਤਰ ਪੁਰਾਤਨ ਤਰ ਕੇ ਗਿਰੈ, ਬਹੁਰ ਨਾ ਜੁਰੈ ਨਏ ਲਗ ਪਰੈ। ਤੇ ਉਹ ਇਸ ਤਰੀਕੇ ਨਾਲ ਸਮਝੋ ਵੀ ਇੱਕ ਪੱਤਾ ਟਾਹਣੀ ਨਾਲੋਂ ਟੁੱਟ ਗਿਆ ਤੇ ਉਹ ਮੁੜ ਨਹੀਂ ਜੁੜਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਇਸੇ ਤਰ੍ਹਾਂ ਇੱਕ ਵਾਰੀ ਜਿਹੜਾ ਸਰੀਰ ਛੁੱਟ ਗਿਆ ਸੋ ਛੁੱਟ ਗਿਆ। ਹਾਂਜੀ। ਤਥਾ ਸਰੀਰ ਜਰਜਰੀ ਹੋਏ, ਮਰਤ ਨਾ ਇਹ ਉਪਜੈ ਜਗ ਜੋਏ। ਮਹਾਰਾਜ ਕਹਿਣ ਲੱਗੇ ਜਿਵੇਂ ਪੱਤਾ ਪੁਰਾਣਾ ਹੋ ਜਾਂਦਾ, ਪੱਤਾ ਰੁੱਖ ਤੋਂ ਹੇਠਾਂ ਡਿੱਗ ਜਾਂਦਾ, ਬਸ ਉਸੇ ਤਰ੍ਹਾਂ ਸਰੀਰ ਵੀ ਜਦੋਂ ਪੁਰਾਣਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਆਤਮਾ ਇਹਦੇ ਵਿੱਚੋਂ ਨਿਕਲ ਜਾਂਦੀ ਹੈ। ਫਿਰ ਉਹ ਸਰੀਰ ਜੱਗ ਵਿੱਚ ਮੁੜ ਨਹੀਂ ਉਪਜਦਾ ਜੀ। ਹਾਂਜੀ। ਜਗਤ ਅਨਾਦ ਕਾਲ ਕੋ ਐਸੇ, ਚੱਲਿਓ ਆਏ ਜਿਹੇ ਪਾਰ ਨਾ ਕੈਸੇ। ਇਹ ਸ਼ੁਰੂ ਤੋਂ ਹੀ ਕੰਮ ਚੱਲਦਾ ਆ ਰਿਹਾ। ਮਹਾਰਾਜ ਕਹਿਣ ਲੱਗੇ ਸਰੀਰ ਤੇ ਸਭਨਾਂ ਨੇ ਤਿਆਗਣਾ। ਅਸਲ ਵਿੱਚ ਮਹਾਰਾਜ ਨੇ ਨਾ ਸਰੀਰ ਤਿਆਗਣਾ ਜੀ ਅੱਜ, ਤਾਂ ਮਹਾਰਾਜ ਨੇ ਹੁਣ ਹੌਲੀ ਹੌਲੀ ਐਸੇ ਬਚਨ ਸ਼ੁਰੂ ਕਰ ਦਿੱਤੇ ਜੀ। ਹਾਂਜੀ। ਅਬ ਤੁਮ ਸਭ ਨੇ ਮੋਹ ਪਛਾਰੀ, ਕਰੋ ਨਾ ਸ਼ੋਕ ਮੋਹ ਕੋ ਟਾਰੀ। ਅਬ ਤੁਮ ਸਭ ਨੇ ਮੋਹੇ ਪਿਛਾਰੀ, ਹੁਣ ਤੁਸੀਂ ਸਾਰਿਆਂ ਨੇ ਮੇਰੇ ਤੋਂ ਪਿੱਛੋਂ ਸ਼ੋਕ ਨਹੀਂ ਕਰਨਾ, ਬੈਰਾਗ ਨਹੀਂ ਕਰਨਾ। ਹਾਂਜੀ। ਮੰਗਲ ਨਾਨਾ ਭਾਤ ਕਰੀਜੈ, ਬਲਕਿ ਖੁਸ਼ੀਆਂ ਮਨਾਉਣੀਆਂ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਕੈਸੀ ਗੱਲ ਹੈ ਜੀ। ਹਾਂਜੀ। ਸ਼ਬਦ ਕੀਰਤਨ ਪਠੋਂ ਸੁਨੀਜੈ, ਤੇ ਸ਼ਬਦ ਕੀਰਤਨ ਕਰੋ। ਮਹਾਰਾਜ ਕਹਿਣ ਲੱਗੇ ਸਾਡੇ ਪਿੱਛੋਂ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਵਿਚਾਰ ਕਰਨੀ। ਮਹਾਰਾਜ ਕਹਿਣ ਲੱਗੇ ਹਾਂਜੀ। ਦੋਨੋਂ ਪੁੱਤਰ ਆਏ ਤਿਸ ਕਾਲਾ, ਉਧਰੋਂ ਗੁਰੂ ਸਾਹਿਬ ਦੇ ਦੋਵੇਂ ਪੁੱਤਰ ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਉਹ ਵੀ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਜੀ। ਪਰੇ ਚਰਨ ਅਰਬਿੰਦ ਕਿਰਪਾਲਾ, ਮਹਾਰਾਜ ਜੀ ਦੇ ਚਰਨਾਂ 'ਚ ਢਹਿ ਪਏ ਜੀ ਦੋਵੇਂ ਪੁੱਤਰ ਆ ਕੇ। ਸੰਗਤਾਂ ਇਕੱਠੀਆਂ ਹੋ ਗਈਆਂ ਜੀ ਸਾਰੀਆਂ, ਤੇ ਮਹਾਰਾਜ ਨੇ ਕਹਿ ਦਿੱਤਾ ਵੀ ਹੁਣ ਅਸੀਂ ਸਰੀਰ ਤਿਆਗਣਾ ਭਾਈ। ਹਾਂਜੀ। ਦਇਆ ਧਾਰ ਵਿਵਹਾਰ ਬਤਾਵੋ, ਜਿਮ ਪੀਛੇ ਹਮ ਕਰੈਂ ਜਨਾਵੋ। ਗੱਜ ਕੇ ਆਖੋ ਵਾਹਿਗੁਰੂ। ਤੇ ਦੋਵੇਂ ਪੁੱਤਰ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਤੁਸੀਂ ਸਰੀਰ ਅੱਜ ਤਿਆਗਣ ਲੱਗੇ ਹੋ, ਮਹਾਰਾਜ ਅਸੀਂ ਪਿੱਛੋਂ ਕੀ ਕਰਾਂਗੇ, ਸਾਨੂੰ ਵੀ ਕੁਝ ਦੱਸ ਕੇ ਜਾਓ ਮਹਾਰਾਜ। ਹਾਂਜੀ। ਜਗਤ ਰੀਤ ਅਰ ਕੁਲ ਅਚਾਰ, ਜੈਸੇ ਆਇਓ ਹੋਤ ਅਗਾਰ। ਜਿਵੇਂ ਪਹਿਲਾਂ ਜਗਤ ਦੀ ਰੀਤੀ ਹੈ, ਕੁਲ ਦੀ ਰੀਤੀ ਹੈ, ਜਿਵੇਂ ਪਹਿਲਾਂ ਹੁੰਦਾ ਆਇਆ, ਮਹਾਰਾਜ ਸਾਨੂੰ ਵੀ ਕੁਝ ਦੱਸ ਕੇ ਜਾਓ। ਹਾਂਜੀ। ਸੁਨ ਸ਼੍ਰੀ ਸਤਿਗੁਰ ਬਾਕ ਉਚਾਰੇ, ਜਗ ਅਰ ਕੁਲ ਕੇ ਜਿਤਕ ਅਚਾਰੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਇਸ ਜਗਤ ਦੇ ਜਿੰਨੇ ਵੀ ਕਾਰਜ ਨੇ ਨਾ, ਜਿੰਨੇ ਵੀ ਆਚਾਰ ਨੇ, ਲੋਕ ਪਿੱਛੋਂ ਬੜਾ ਕੁਝ ਕਰਦੇ ਜੀ ਜਦੋਂ ਬੰਦਾ ਸਰੀਰ ਤਿਆਗਦਾ। ਹਾਂਜੀ। ਹਮਰੇ ਹੇਤ ਨਹੀਂ ਕੁਛ ਕਰਨਾ, ਪਰ ਸਾਡੇ ਵਾਸਤੇ ਨਹੀਂ ਤੁਸੀਂ ਕੁਝ ਕਰਨਾ ਜੀ। ਬੜੇ ਪੁੱਠੇ ਸਿੱਧੇ ਲੋਕ ਕੰਮ ਕਰਦੇ ਰਹਿੰਦੇ ਜੀ।
ਪਿੱਛੋਂ ਥਾਂ ਤੇ ਦੀਵਾ ਬਾਲਦੇ ਐ, ਉੱਥੇ ਰੋਟੀਆਂ ਰੱਖ ਕੇ ਆਉਂਦੇ ਹੁੰਦੇ ਐ। ਮਹਾਰਾਜ ਕਹਿੰਦੇ ਸਾਡੇ ਵਾਸਤੇ ਕੁਝ ਨਹੀਂ ਕਰਨਾ ਤੁਸੀਂ। ਹਾਂਜੀ, ਕੀਰਤ ਪਠ ਸੁਨ ਨਾਮ ਸਿਮਰਨਾ। ਹਾਂ, ਜੇ ਕੁਝ ਕਰਨਾ ਹੈ ਤੇ ਨਾਮ ਜਪਿਓ। ਪਿੱਛੋਂ ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਕੋਈ ਜੀਵ ਚਾਲਾ ਮਾਰ ਜਾਵੇ, ਚਲੋ ਗੁਰੂ ਸਾਹਿਬ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਤੇ ਕਰਨ ਕਾਰਨ ਨੇ, ਸਮਰੱਥ ਨੇ, ਮਾਲਕ ਨੇ, ਰੱਬ ਪਰਮੇਸ਼ਰ ਨੇ। ਆਮ ਬੰਦਾ ਵੀ ਸਰੀਰ ਤਿਆਗ ਜਾਵੇ ਤੇ ਪਿੱਛੋਂ ਨਾਮ ਹੀ ਜਪਣਾ ਚਾਹੀਦਾ ਜੀ। ਪੁੱਠੀਆਂ ਸਿੱਧੀਆਂ ਸੋਚਾਂ ਵਿਚਾਰਾਂ ਵਿੱਚ ਨਹੀਂ ਪੈਣਾ ਚਾਹੀਦਾ। ਹਾਂਜੀ, ਕਰਹੁ ਆਨੰਦ ਮੰਗਲਾਚਾਰਾ। ਮਹਾਰਾਜ ਕਹਿਣ ਲੱਗੇ ਨਾਮ ਜਪ ਜਪ ਕੇ ਪਿੱਛੋਂ ਆਨੰਦ ਲਿਓ। ਮਹਾਰਾਜ ਕਹਿਣ ਲੱਗੇ ਹਾਂਜੀ, ਦੇਹੋ ਸਰੀਰ ਅਗਨ ਸੰਸਕਾਰਾ। ਤੇ ਸਾਡਾ ਸਰੀਰ ਹੈ ਨਾ ਜਿਹੜਾ, ਇਹਨੂੰ ਅੱਗ ਦੇ ਸਪੁਰਦ ਕਰ ਦੇਣਾ, ਇਹਦਾ ਸੰਸਕਾਰ ਕਰ ਦੇਣਾ, ਸੰਸਕਾਰ ਕਰ ਦੇਣਾ। ਹਾਂਜੀ, ਪੁੰਨ ਪੁੱਤਰਨ ਕੋ ਸੰਗਤ ਸਾਥ, ਕਹਿ ਸ਼੍ਰੀ ਅਮਰ ਗਹਾਇਓ ਹਾਥ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਪਤਾ ਕੀ ਕੀਤਾ ਮਹਾਰਾਜ ਨੇ? ਆਪਣੇ ਦੋਵਾਂ ਪੁੱਤਰਾਂ ਦੇ ਹੱਥ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਹੱਥ ਵਿੱਚ ਫੜਾ ਦਿੱਤੇ ਜੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੀ ਸੰਗਤ ਦਾ ਹੱਥ ਵੀ ਫੜਾ ਦਿੱਤਾ ਜੀ। ਹਾਂਜੀ, ਸਭ ਹਿਨ ਕੋ ਉਪਦੇਸ਼ ਦ੍ਰਿੜਾਇਓ, ਇਹ ਮੈਂ ਆਪਣੇ ਥਾਨ ਬਿਠਾਇਓ। ਤੇ ਸਾਰਿਆਂ ਨੂੰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਪਿਆਰਿਓ ਇਹਨਾਂ ਨੂੰ ਅਸੀਂ ਆਪਣੀ ਥਾਂ ਤੇ ਬਿਠਾਇਆ। ਮਹਾਰਾਜ ਕਹਿਣ ਲੱਗੇ ਹਾਂਜੀ, ਮੋਹ ਮੈਂ ਇਸ ਮਹਿ ਭੇਦ ਨਾ ਜਾਣੋ। ਮੇਰੇ ਵਿੱਚ ਤੇ ਇਹਨਾਂ ਵਿੱਚ ਹੁਣ ਕੋਈ ਭੇਦ ਨਹੀਂ ਸਮਝਣਾ, ਅਸੀਂ ਇੱਕੋ ਹੀ ਰੂਪ ਆ ਦੋਵੇਂ। ਹਾਂਜੀ, ਜੋ ਜਾਣੈ ਲਹਿ ਖੇਦ ਮਹਾਨੋ। ਤੇ ਜਿਹੜਾ ਭੇਦ ਸਮਝੇਗਾ ਉਹ ਫਿਰ ਦੁੱਖ ਪਾਏਗਾ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅੰਗਦ ਸਾਹਿਬ ਕੁਝ ਹੋਰ ਨੇ, ਗੁਰੂ ਅਮਰਦਾਸ ਜੀ ਕੋਈ ਹੋਰ ਨੇ। ਜਿਹੜਾ ਇਹ ਗੱਲ ਆਖੇਗਾ ਉਹਨੂੰ ਦੁੱਖ ਮਿਲੇਗਾ। ਹਾਂਜੀ, ਭੁਗਤ ਮੁਕਤ ਸਭ ਇਨਕੇ ਹਾਥ, ਜੋ ਸੇਵੈ ਹੋਵੈ ਸੁਖ ਸਾਥ। ਜਿਹੜਾ ਇਹਨਾਂ ਦੀ ਸੇਵਾ ਕਰੇਗਾ ਨਾ, ਭੁਗਤੀਆਂ ਮੁਕਤੀਆਂ ਇਹਨਾਂ ਦੇ ਹੱਥ ਵਿੱਚ ਨੇ ਸਾਰੀਆਂ, ਉਹਨੂੰ ਮਿਲਣਗੀਆਂ। ਮਹਾਰਾਜ ਕਹਿਣ ਲੱਗੇ ਬੜਾ ਕੁਝ ਮਿਲੇਗਾ ਜਿਹੜਾ ਇਹਨਾਂ ਦੀ ਸੇਵਾ ਕਰਿਆ ਕਰੇਗਾ। ਸ਼ਰਨ ਪਰੈ ਸੋ ਜਗ ਤਰੈ। ਤੇ ਜਿਹੜਾ ਸ਼ਰਨ ਵਿੱਚ ਪੈ ਜਾਏਗਾ ਨਾ, ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਪਿਆਰਿਓ ਉਹ ਤੇ ਤਾਰੀ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਹੋਏ ਦੁਖੀ ਦ੍ਰੋਹ ਜੋ ਉਰ ਧਰੈ। ਉਹ ਬੰਦਾ ਦੁਖੀ ਹੋਏਗਾ ਜਿਹੜਾ ਇਹਨਾਂ ਨਾਲ ਈਰਖਾ ਕਰੇਗਾ। ਬੰਦੇ ਦੋ ਤਰ੍ਹਾਂ ਦੇ ਹੁੰਦੇ ਸੰਗਤ ਜੀ। ਇੱਕ ਮਹਾਂਪੁਰਖਾਂ ਦੀ ਪ੍ਰਸ਼ੰਸਾ ਕਰਦੇ ਰਹਿੰਦੇ, ਇੱਕ ਨਿੰਦਿਆ ਕਰਦੇ ਰਹਿੰਦੇ ਜੀ। ਨਿੰਦਿਆ ਕਰਨ ਵਾਲੇ ਦੁਖੀ ਹੁੰਦੇ ਰਹਿੰਦੇ ਜੀ, ਤੇ ਸ਼ੋਭਾ ਤੇ ਸਿਫਤਾਂ ਕਰਨ ਵਾਲੇ ਸੁਖੀ ਰਹਿੰਦੇ ਜੀ। ਹਾਂਜੀ, ਈਰਖਾ ਕਰੈ ਸਰੈ ਨਹਿਕਾਰ। ਮਹਾਰਾਜ ਕਹਿਣ ਲੱਗੇ ਜਿਹੜਾ ਇਹਨਾਂ ਨਾਲ ਈਰਖਾ ਕਰੇਗਾ ਨਾ, ਉਹਦਾ ਇੱਕ ਵੀ ਕੰਮ ਨਹੀਂ ਬਣੇਗਾ। ਗੱਜ ਕੇ ਆਖੋ ਵਾਹਿਗੁਰੂ। ਕਈ ਬੰਦੇ ਕਹਿੰਦੇ ਨਾ ਸਾਡਾ ਕੰਮ ਨਹੀਂ ਬਣਦਾ, ਤੇ ਬਣਨਾ ਕਿੱਥੋਂ ਹੈ? ਰੱਬ ਦੇ ਪਿਆਰਿਆਂ ਨਾਲ ਤੇ ਈਰਖਾ ਕਰਦੇ ਐ, ਤੇ ਬਣਨਾ ਕਿੱਥੋਂ ਹੈ? ਹਾਂਜੀ, ਉਲਟੋ ਆਪਣੋ ਲਿਓ ਬਿਗਾਰ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਜਿਹੜਾ ਇਹਨਾਂ ਨਾਲ ਈਰਖਾ ਕਰੇਗਾ ਉਹਦਾ ਕੰਮ ਤੇ ਕੋਈ ਨਹੀਂ ਬਣਨਾ, ਉਲਟਾ ਵਿਗੜੇਗਾ ਹੀ। ਕਹਿਣ ਲੱਗੇ ਜਿੱਧਰ ਜਾਏਗਾ ਉਧਰ ਘਾਟਾ ਹੀ ਘਾਟਾ, ਘਾਟਾ ਹੀ ਘਾਟਾ। ਹਾਂਜੀ, ਇਮ ਕਹਿ ਲੀਨ ਹਕਾਰ ਜੁਲਾਹੇ, ਤਤ ਛਿਨ ਆਏ ਸਤਿਗੁਰ ਪਾਹੇ। ਇਹ ਕਹਿ ਕੇ ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਜੁਲਾਹੇ ਨੂੰ ਸੱਦਿਆ ਜਿਹਦੇ ਘਰ ਦੇ ਬਾਹਰ ਖੱਡੀ, ਵਾਹਿਗੁਰੂ ਖੱਡੀ ਦੇ ਵਿੱਚ ਮਹਾਰਾਜ ਡਿੱਗੇ ਸਨ ਗੁਰੂ ਅਮਰਦਾਸ ਸਾਹਿਬ। ਉਸ ਜੁਲਾਹੇ ਨੂੰ ਸੱਦਿਆ। ਹਾਂਜੀ, 300 ਕਹਿਓ ਤਜੋ ਇਹ ਗ੍ਰਾਮ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿੱਥੇ ਪਾਠ? 300 ਕਹਿਓ ਤਜੋ ਇਹ ਗ੍ਰਾਮ। ਮਹਾਰਾਜ ਕਹਿਣ ਲੱਗੇ ਹੁਣ ਨਾ
ਇਹ ਥਾਂ ਛੱਡ ਦਿਓ ਤੁਸੀਂ। ਹਾਂਜੀ, ਅਪਰ ਥਾਨ ਕੀਜੈ ਨਿਜ ਧਾਮ। ਤੇ ਤੁਸੀਂ ਕਿਸੇ ਹੋਰ ਥਾਂ ਤੇ ਘਰ ਬਣਾ ਲਓ ਜਾ ਕੇ, ਆਪਣੇ ਘਰ ਵਾਲੀ ਥਾਂ ਛੱਡ ਦਿਓ। ਹਾਂਜੀ, ਕੀਲਾ ਅਮਰ ਚਰਨ ਲਗ ਗਿਰਿਓ। ਉਹ ਕਿੱਲਾ ਜਿੱਥੇ ਅਮਰਦਾਸ ਜੀ ਨੂੰ ਠੇਡਾ ਲੱਗ ਗਿਆ ਸੀਗਾ। ਹਾਂਜੀ, ਸੋ ਤਰ ਹੋਏ ਭਇਓ ਅਬ ਹਰਿਓ। ਮਹਾਰਾਜ ਕਹਿੰਦੇ ਸਮਾਂ ਆਏਗਾ, ਉਹ ਜਿਹੜਾ ਕਿੱਲਾ ਹੈ ਨਾ ਉਹ ਰੁੱਖ ਬਣ ਜਾਏਗਾ ਤੇ ਹਰਾ ਭਰਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਉਹ ਹਰਾ ਭਰਾ ਹੋ ਜਾਏਗਾ। ਹਾਂਜੀ, ਤਿਸ ਕੇ ਢਿਗ ਸੰਸਕਾਰ ਹਮਾਰੋ। ਗੱਜ ਕੇ ਆਖੋ। ਹੁਣ ਇਹ ਤੇ ਗੁਰੂ ਅੰਗਦ ਦੇਵ ਸਾਹਿਬ ਹੀ ਜਾਣਦੇ ਜੀ। ਸੱਚੇ ਪਾਤਸ਼ਾਹ ਆਪ ਆਪਣੇ ਮੁਖੋਂ ਕਹਿ ਕੇ ਗਏ। ਮਹਾਰਾਜ ਕਹਿਣ ਲੱਗੇ ਉਸ ਕਿੱਲੇ ਦੇ ਨੇੜੇ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ। ਸੰਸਕਾਰ ਸਾਡੇ ਸਰੀਰ ਨੂੰ, ਅਗਨ ਭੇਟਾ ਸਾਡੇ ਸਰੀਰ ਨੂੰ ਉੱਥੇ ਕਰਨਾ ਹੈ। ਹਾਂਜੀ, ਮੰਦਰ ਸੁੰਦਰ ਬਨਹਿ ਉਦਾਰੋ। ਸਮੇਂ ਨਾਲ ਉੱਥੇ ਬੜਾ ਵਧੀਆ ਮੰਦਿਰ ਬਣ ਜਾਏਗਾ। ਅੱਜ ਵੀ ਤੁਸੀਂ ਜਾਂਦੇ ਹੋ ਨਾ ਖਡੂਰ ਸਾਹਿਬ, ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਖਡੂਰ ਸਾਹਿਬ ਹੈ ਨਾ, ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਾਲਕੀ ਸਾਹਿਬ ਵਿੱਚ, ਇੱਕ ਅੰਦਰ ਪ੍ਰਕਾਸ਼ ਹੈ। ਉਹ ਪ੍ਰਕਾਸ਼ ਥੜਾ ਸਾਹਿਬ ਤੇ ਹੈ। ਤੇ ਪਿਆਰਿਓ, ਥੜਾ ਸਾਹਿਬ ਕੀ ਹੈ? ਇਹ ਉਹ ਥੜਾ ਸਾਹਿਬ ਹੈ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ, ਸਰੀਰ ਨੂੰ ਅਗਨ ਭੇਟਾ ਕੀਤਾ ਗਿਆ ਸੀਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਖਿਆ। ਮਹਾਰਾਜ ਕਹਿਣ ਲੱਗੇ ਸਮੇਂ ਨਾਲ ਉੱਥੇ ਮੰਦਿਰ ਬਣੇਗਾ ਜੀ। ਬਣਿਆ ਜੀ ਉਹ ਮੰਦਿਰ। ਹਾਂਜੀ, ਨਹੀਂ ਬਿਦਾਰੂ ਸਕਹਿ ਤਿਸ ਕੋ। ਉਹਦਾ ਕੋਈ ਕਿੱਲੇ ਦਾ ਕੁਝ ਵਿਗਾੜ ਨਹੀਂ ਸਕੇਗਾ। ਮਹਾਰਾਜ ਕਹਿੰਦੇ ਹਾਂਜੀ, ਰਹਿ ਚਿਰਕਾਲ ਥਰੈ ਤਰਸੋ। ਸਮਾਂ ਆਏਗਾ, ਕਾਫੀ ਸਮੇਂ ਤੱਕ ਉੱਥੇ ਰੁੱਖ ਰਹੇਗਾ। ਮਹਾਰਾਜ ਕਹਿਣ ਲੱਗੇ ਤੇ ਪਿਆਰਿਓ ਕਾਫੀ ਸਮੇਂ ਤੱਕ ਰਿਹਾ। ਹੁਣ ਜਿਹੜੀ ਉਹਦੀ ਲੱਕੜ ਹੈ ਨਿਸ਼ਾਨੀ ਵਜੋਂ ਅੱਜ ਵੀ ਖਡੂਰ ਸਾਹਿਬ ਦਰਬਾਰ ਸਾਹਿਬ ਸੁਭਾਏਮਾਨ ਹੈ ਜੀ। ਬਾਬਾ ਜੀ ਬਾਬਾ ਸੇਵਾ ਸਿੰਘ ਦੀ ਸੇਵਾ ਕਰਾ ਰਹੇ ਜੀ। ਹਾਂਜੀ, ਦਰਬ ਬ੍ਰਿੰਦ ਤਬ ਦਿਓ ਕੁਵੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਜੁਲਾਹੇ ਨੂੰ ਮਾਇਆ ਦਿੱਤੀ ਜੀ। ਇਹ ਨਹੀਂ ਸਤਿਗੁਰਾਂ ਨੇ ਕੀਤਾ ਵੀ ਜਾ ਤੂੰ ਹੁਣ ਚਲੇ ਜਾ ਇੱਥੋਂ। ਮਹਾਰਾਜ ਨੇ ਖੁੱਲੀ ਮਾਇਆ ਦਿੱਤੀ ਜੀ ਉਹਨੂੰ। ਹਾਂਜੀ, ਕਰਹੋ ਅਪਰਥਲ ਸਦਲ ਬਿਲੰਦਾ ਹੈ। ਮਹਾਰਾਜ ਕਹਿਣ ਲੱਗੇ ਪਿਆਰਿਆ, ਹੁਣ ਤੂੰ ਕਿਸੇ ਹੋਰ ਥਾਂ ਤੇ ਘਰ ਬਣਾ ਲੈ ਜਾ ਕੇ। ਹੁਣ ਪਿਆਰਿਓ, ਇਹ ਇੱਕ ਰਮਜ ਹੈ ਵੀ ਮਹਾਰਾਜ ਨੇ ਉਹ ਅਸਥਾਨ ਕਿਉਂ ਚੁਣਿਆ ਜੀ, ਕਿਉਂ ਚੁਣਿਆ ਜੀ। ਹਾਂਜੀ, ਜੇਕਰ ਇਹਾਂ ਬਸੋ ਕਬ ਆਏ, ਨਾਹਨ ਬਚੋਂ ਸਗਲੇ ਮਰ ਜਾਏ। ਤੇ ਜੇਕਰ ਇਹਾਂ ਬਸਹੋ ਕਬ ਆਏ, ਇਹ ਵੀ ਬਚਨ ਮਹਾਰਾਜ ਨੇ ਕਰ ਦਿੱਤਾ ਵੀ ਕਿਤੇ ਆ ਕੇ ਭੁੱਲ ਭੁਲੇਖੇ ਉਸ ਥਾਂ ਤੇ ਦਾਵਾ ਨਾ ਕਰੀ ਕਿ ਉਹ ਥਾਂ ਸਾਡੀ ਹੈ, ਅਸੀਂ ਪੈਸੇ ਦੇ ਕੇ ਖਰੀਦ ਰਹੇ ਹਾਂ। ਜੇ ਤੂੰ ਧੱਕੇ ਨਾਲ ਆ ਕੇ ਦਾਵਾ ਕੀਤਾ ਫਿਰ ਤੇਰੇ ਪਰਿਵਾਰ ਚੋਂ ਬਚੇਗਾ ਕੋਈ ਨਹੀਂ। ਮਹਾਰਾਜ ਕਹਿਣਾ ਕਿਉਂ, ਗੁਰੂ ਘਰ ਦੀ ਥਾਂ ਹੋ ਜਾਣੀ ਤੇ ਗੁਰੂ ਘਰ ਦੀ ਥਾਂ ਨਾਲ ਮੱਥਾ ਥੋੜੀ ਲਾਉਣਾ ਹੈ ਜੀ। ਹਾਂਜੀ, ਸੋ ਇਹ ਥਾਨ ਹਮਾਰਾ ਭਇਓ। ਇਸ ਕਰਕੇ ਮਾਇਆ ਖੁੱਲੀ ਦਿੱਤੀ ਤੇ ਮਹਾਰਾਜ ਜੁਲਾਹੇ ਨੂੰ ਕਹਿਣ ਲੱਗੇ ਇਹ ਅਸਥਾਨ ਅੱਜ ਤੋਂ ਹੁਣ ਸਾਡਾ ਹੈ। ਹਾਂਜੀ, ਤਿਸ ਕੋ ਮੋਲ ਤੁਮੈ ਦੇ ਦਿਓ। ਉਹਦਾ ਮੁੱਲ ਤੈਨੂੰ ਦੇ ਦਿੱਤਾ ਜੀ। ਖਜ਼ਾਨਚੀ ਨੂੰ ਆਖ ਕੇ ਖੁੱਲੀ ਮਾਇਆ ਮੰਗਵਾਈ, ਉਹਨੂੰ ਜੁਲਾਹੇ ਨੂੰ ਦੇ ਦਿੱਤੀ ਜੀ। ਹਾਂਜੀ, ਸੁਨ ਗੋਵਿੰਦ ਧਰ ਤਰਾਸ ਬਿਲੰਦ, ਲਿਓ ਦਰਬ ਜੋ ਦੀਨਸ ਬ੍ਰਿੰਦ। ਉਹ ਜੁਲਾਹਾ ਸਤ ਬਚਨ ਕਰਕੇ ਉਹਨੇ ਮਾਇਆ ਲੈ ਲਈ ਜੀ। ਹਾਂਜੀ, ਪੁੰਨ ਸ਼੍ਰੀ ਅਮਰ ਸਿੱਖ ਸਮੁਦਾਏ, ਤਨ ਸਿਸ ਕਾਰਨ ਕੋ ਸਮਝਾਏ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਿਆਰਿਓ, ਫਿਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਗੁਰੂ ਅਮਰਦਾਸ ਜੀ ਨੂੰ ਤੇ ਸਿੱਖਾਂ ਨੂੰ ਸਮਝਾਇਆ ਸਾਡੇ ਸਰੀਰ ਦਾ ਸੰਸਕਾਰ ਕਿਵੇਂ ਕਰਨਾ ਤੁਸੀਂ ਜੀ। ਆਪ ਮਰਿਆਦਾ ਦੱਸੀ ਜੀ ਸਾਰੀ।
ਹਾਂਜੀ। ਜਹ ਕਰੀਰ ਹੋਵੇ ਤਨ ਹਰੋ। ਮਹਾਰਾਜ ਕਹਿਣ ਲੱਗੇ ਉਹ ਜਿੱਥੇ ਕਰੀਰ ਦਾ ਰੁੱਖ ਹੁਣ ਹਰਿਆ ਹੋਇਆ ਨਾ, ਮਹਾਰਾਜ ਕਹਿਣ ਲੱਗੇ ਹਾਂਜੀ, ਤਿਸ ਕੇ ਨਿਕਟ ਥਾਨ ਮਮ ਕਰੋ। ਮਹਾਰਾਜ ਕਹਿੰਦੇ ਬਸ ਉਹਦੇ ਨੇੜੇ ਸਾਡੀ ਥਾਂ ਬਣਾ ਦਿਓ, ਸਾਡਾ ਸਥਾਨ ਬਣਾ ਦਿਓ। ਜਦੋਂ ਜਾਓ ਦਰਬਾਰ ਸਾਹਿਬ ਖਡੂਰ ਸਾਹਿਬ, ਹੁਣ ਤੇ ਤੁਹਾਨੂੰ ਇਤਿਹਾਸ ਪਤਾ ਲੱਗ ਗਿਆ ਵੀ ਉਹ ਥਾਂ ਕਿਹਦੀ ਸੀ, ਕਿਹਦੇ ਕੋਲੋਂ ਲਈ ਤੇ ਕੀ ਮਹਾਰਾਜ ਨੇ ਕੀ ਕੀਤਾ ਉੱਥੇ ਜੀ। ਤੇ ਹੁਣ ਭਾਵਨਾ ਰੱਖ ਕੇ ਜਾਇਆ ਕਰੋ। ਹਾਂਜੀ। ਮੁਖ ਪ੍ਰਸੰਨ ਇਮ ਕਹਿ ਸਭ ਕਾਹੂ। ਜਦੋਂ ਮਹਾਰਾਜ ਇਹ ਸਾਰੀਆਂ ਗੱਲਾਂ ਕਰ ਰਹੇ ਸਨ ਨਾ, ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਉਸ ਸਮੇਂ ਮਹਾਰਾਜ ਦਾ ਮੁਖ ਬੜਾ ਪ੍ਰਸੰਨ ਸੀਗਾ, ਕੋਈ ਉਦਾਸੀ ਨਹੀਂ ਸੀ ਮਹਾਰਾਜ ਦੇ ਮੁਖ ਤੇ ਕਿ ਅਸੀਂ ਸਰੀਰ ਤਿਆਗਣਾ। ਹਾਂਜੀ। ਖਿਰਿਓ ਕਮਲ ਜਨ ਜਲ ਕੇ ਮਾਹੂ। ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਖਿੜਿਆ ਹੁੰਦਾ ਨਾ ਜੀ, ਉਵੇਂ ਸਤਿਗੁਰੂ ਜੀ ਦਾ ਚਿਹਰਾ ਖਿੜਿਆ ਹੋਇਆ ਸੀਗਾ ਜੀ। ਹਾਂਜੀ। ਅਤਸ਼ੈ ਸੁੰਦਰਤਾ ਸ਼ਬ ਬਾਡੀ। ਮਹਾਰਾਜ ਜੀ ਦੇ ਮੁਖ ਦੀ ਸੁੰਦਰਤਾ ਜਿਹੜੀ ਸੀ ਨਾ, ਉਹ ਹੋਰ ਵੱਧ ਗਈ ਜੀ। ਹਾਂਜੀ। ਲਾਲੀ ਅਰੁਣੋਦਮ ਸਮ ਗਾਡੀ। ਤੇ ਐ ਲਾਲੀਆਂ ਮਹਾਰਾਜ ਜੀ ਦੇ ਮੁਖ ਉੱਤੇ ਛਾਈਆਂ ਪਈਆਂ ਜੀ, ਲਾਲੀਆਂ ਮੁਖ ਉੱਤੇ ਛਾਈਆਂ ਪਈਆਂ ਜੀ। ਹਾਂਜੀ। ਪੁੰਨ ਸਭ ਕੇ ਦੇਖਤ ਤਤਕਾਲ। ਫਿਰ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਜੀ ਸਾਰਾ ਬਚਨ ਮਹਾਰਾਜ ਨੇ ਕਰਤਾ। ਮਹਾਰਾਜ ਆਪਣੇ ਆਨੰਦ ਵਿੱਚ ਮਗਨ ਹਨ, ਨੇਤਰ ਐ ਖਿੜੇ ਪਏ ਸੱਚੇ ਪਾਤਸ਼ਾਹ ਜੀ ਦੇ। ਤੇ ਫਿਰ ਮਹਾਰਾਜ ਨੇ ਸਾਰਿਆਂ ਨਾਲ ਗੱਲ ਕੀਤੀ। ਮਾਤਾ ਖੀਵੀ ਜੀ ਨੂੰ ਮਿਲੇ, ਆਪਣੇ ਪੁੱਤਰਾਂ ਨੂੰ ਮਿਲੇ, ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲੇ, ਸੰਗਤਾਂ ਨੂੰ ਮਿਲੇ ਸੱਚੇ ਪਾਤਸ਼ਾਹ। ਤੇ ਫਿਰ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਪੌੜ ਗਏ ਸ੍ਰੀ ਗੁਰੂ ਕਿਰਪਾਲ। ਧੰਨ ਗੁਰੂ ਅੰਗਦ ਦੇਵ ਸਾਹਿਬ ਸ਼ਹਿਨਸ਼ਾਹ ਕੁੱਲ ਦੁਨੀਆ ਦੇ ਮਾਲਕ ਮਹਾਰਾਜ ਗਰੀਬ ਨਵਾਜ ਨਾ ਜੀ, ਸਾਰਿਆਂ ਦੇ ਵੇਖਦਿਆਂ ਵੇਖਦਿਆਂ ਧਰਤੀ ਤੇ ਲੇਟ ਗਏ ਜੀ। ਵਾਹਿਗੁਰੂ ਜਿਹੜਾ ਆਸਣ ਸੀਗਾ ਮਹਾਰਾਜ ਉੱਥੇ ਲੇਟ ਗਏ ਜੀ। ਹਾਂਜੀ। ਉਪਰ ਬਿਸਦ ਬਸਤਰ ਕੋ ਲੀਨਾ। ਉਤੋਂ ਮਹਾਰਾਜ ਨੇ ਉਤੋਂ ਚਿੱਟਾ ਵਸਤਰ ਲੈ ਲਿਆ ਜੀ। ਹਾਂਜੀ। ਪਰਮ ਧਾਮ ਪ੍ਰਸਥਾਨੋ ਕੀਨਾ। ਤੇ ਪਿਆਰਿਓ ਚਿੱਟਾ ਵਸਤਰ ਲੈ ਲਿਆ, ਕਿਸੇ ਨੂੰ ਨਹੀਂ ਪਤਾ ਕਿਹੜੇ ਵੇਲੇ ਸੱਚੇ ਪਾਤਸ਼ਾਹ ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਰ ਪਾਇਓ। ਮਹਾਰਾਜ ਸੱਚੇ ਪਾਤਸ਼ਾਹ ਨੇ ਸਰੀਰ ਛੱਡ ਦਿੱਤਾ ਜੀ। ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਤਿਹ ਛਿਨ ਬਿਦ ਸ਼ੰਕਰ ਚਲ ਆਏ। ਕਹਿੰਦੇ ਉਸ ਸਮੇਂ ਦੇਵਤੇ ਵੀ ਮਹਾਰਾਜ ਜੀ ਦੇ ਸਵਾਗਤ ਵਿੱਚ ਆਏ, ਕਿਉਂ ਸੱਚਖੰਡ ਜੂ ਜਾਣਾ ਹੈ, ਸਰੀਰ ਤੇ ਇੱਥੇ ਰਹਿ ਗਿਆ। ਤੇ ਸਾਧ ਸੰਗਤ ਜੀ ਅੰਦਰ ਦਾ ਜੀਵ ਆਤਮਾ ਜਿਹੜਾ ਹੈ ਉਹ ਤੇ ਸੱਚਖੰਡ ਜਾ ਰਿਹਾ ਨਾ। ਦੇਵਤੇ ਵੀ ਮਹਾਰਾਜ ਜੀ ਨੂੰ ਲੈਣ ਆਏ। ਜਿਸ ਵਿਮਾਨ ਵਿੱਚ ਜਾਣਾ ਪਿਆਰਿਓ ਦੇਵਤੇ ਮੋਢਾ ਲਾ ਰਹੇ ਜੀ, ਸ਼ਿਵ ਜੀ ਵਰਗੇ, ਬ੍ਰਹਮਾ ਜੀ ਵਰਗੇ ਦੇਵਤੇ। ਹਾਂਜੀ। ਸਾਧ ਸਾਧ ਮੁਖ ਬਾਕ ਅਲਾਏ। ਉਹ ਹੱਥ ਜੋੜ ਜੋੜ ਮਹਾਰਾਜ ਨੂੰ ਪਤਾ ਕੀ ਕਹਿ ਰਹੇ ਆ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਦੇਵਤੇ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਹਨ। ਗੁਰ ਆਸ਼ਾ ਕੋ ਦ੍ਰਿੜ ਬੱਡ ਕਰਿਓ। ਮਹਾਰਾਜ ਗਰੀਬ ਨਵਾਜ ਜੀ ਦੇ ਆਸ਼ੇ ਨੂੰ ਦ੍ਰਿੜ ਕੀਤਾ ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ। ਹਾਂਜੀ। ਆਜਰ ਜਰਨ ਨਿਸ਼ਚੈ ਉਰ ਧਰਿਓ। ਦੇਵਤੇ ਸਿਫਤਾਂ ਕਰਦੇ ਮਹਾਰਾਜ ਤੁਸੀਂ ਅਜਰ ਨੂੰ ਜਰ ਕੇ ਰੱਖਿਆ।
ਹਾਂਜੀ ਆਪਣੀ ਚਾਹਨ ਹਿਤ ਵਡਿਆਈ ਹਾਂਜੀ। ਕਰਾਮਾਤ ਨਹਿ ਚੁੰਚ ਦਿਖਾਈ। ਮਹਾਰਾਜ ਆਪਣੀ ਵਡਿਆਈ ਦੀ ਚਾਹਤ ਥੋੜੀ ਜਿੰਨੀ ਵੀ ਨਹੀਂ ਸੀ ਤੁਹਾਡੇ ਵਿੱਚ। ਮਹਾਰਾਜ ਆਪ ਜੀ ਨੇ ਸਰੀਰ ਵਿੱਚ ਰਹਿੰਦਿਆਂ ਕੋਈ ਕਰਾਮਾਤ ਨਹੀਂ ਵਿਖਾਈ ਕਿਸੇ ਨੂੰ। ਹਾਂਜੀ ਔਰ ਗੰਭੀਰ ਧੀਰ ਬੁੱਧਵੰਤਾ ਬਲਕਿ ਬੜੇ ਧੀਰਜ ਵਾਲੇ ਹੋ ਸੱਚੇ ਪਾਤਸ਼ਾਹ ਆਪ ਜੀ। ਹਾਂਜੀ ਅਚਲ ਮੇਰ ਸਮ ਨਹੀਂ ਚਲੰਤਾ। ਜਿਵੇਂ ਸੁਮੇਰ ਪਰਬਤ ਅਡੋਲ ਹੈ ਨਾ, ਮਹਾਰਾਜ ਆਪ ਜੀ ਉਵੇਂ ਅਡੋਲ ਹੋ। ਪਿਆਰਿਓ ਮੀਂਹ ਭੁਚਾਲ ਹਨੇਰੀ ਆਵੇ, ਹੋ ਸਕਦਾ ਉਹ ਡੋਲ ਜਾਵੇ, ਪਰ ਸਤਿਗੁਰੂ ਨਹੀਂ ਤੇ ਡੋਲਦੇ। ਹਾਂਜੀ ਅਪਰ ਦੇਵ ਇੰਦਰਾਦਿਕ ਆਏ। ਹੋਰ ਦੇਵਤੇ ਇੰਦਰ ਦੇਵਤਾ ਹੋਰ ਬੜੇ ਦੇਵਤੇ ਆਏ। ਪਿਆਰਿਓ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਪਿਆਨਾ ਕੀਤਾ ਉਦੋਂ ਵੀ ਸਾਰੇ ਆਏ ਸੀਗੇ ਜੀ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਝੁਕੇ ਸਨ ਸਾਰੇ। ਹਾਂਜੀ ਮੰਗਲ ਕਰ ਜੈ ਸ਼ਬਦ ਸੁਨਾਏ। ਹੁਣ ਉਹ ਤੇ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਆ, ਮੰਗਲ ਕਰ ਰਹੇ ਹਨ। ਹਾਂਜੀ। ਗੋਰਖ ਆਦ ਸਿੱਧ ਸਮਦਾਈ। ਗੋਰਖਨਾਥ ਤੇ ਸਿੱਧ ਜਿਹੜੇ ਸਨ ਆਏ ਸਭਨ ਕੀਨਸ ਵਡਿਆਈ। ਉਹ ਵੀ ਸਾਰੇ ਉੱਥੇ ਤਤਕਾਲ ਪਹੁੰਚੇ ਤੇ ਉਹਨਾਂ ਵੀ ਵਡਿਆਈ ਕੀਤੀ ਜੀ ਮਹਾਰਾਜ ਦੀ। ਮਹਾਰਾਜ ਬਿਬਾਨ ਵਿੱਚ ਜਾ ਰਹੇ ਆ ਸੱਚਖੰਡ ਨੂੰ। ਪਿਆਰਿਓ ਦੇਵਤੇ ਮੋਢਾ ਲਾ ਰਹੇ ਆ। ਹਾਂਜੀ ਜੈ ਜੈਕਾਰ ਸੁਰਗ ਮੈਂ ਭਇਓ। ਤੇ ਫਿਰ ਕੀ ਸੀਗਾ ਜੀ? ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਸਵਰਗ ਵਿੱਚ ਵੀ ਮਹਾਰਾਜ ਜੀ ਦੀਆਂ ਜੈ ਜੈਕਾਰਾਂ ਹੋ ਰਹੀਆਂ, ਦੇਵਤੇ ਕਰ ਰਹੇ ਜੀ। ਹਾਂਜੀ ਅਤ ਉਤਸ਼ਾਹ ਦੇਵਤਨ ਕਰਿਓ। ਦੇਵਤਿਆਂ ਨੇ ਬੜਾ ਉਤਸ਼ਾਹ ਮਨਾਇਆ ਜੀ ਜਦੋਂ ਮਹਾਰਾਜ ਜੀ ਨੇ ਸਰੀਰ ਤਿਆਗਿਆ। ਹਾਂਜੀ ਧੰਨ ਧੰਨ ਸਤਿਗੁਰੂ ਬਖਾਨੈ। ਤੇ ਕੀ ਕਹਿ ਰਹੇ ਨੇ? ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਦੇਵਤੇ ਵੀ ਮਹਾਰਾਜ ਜੀ ਨੂੰ ਧੰਨ ਧੰਨ ਕਹਿ ਰਹੇ ਜੀ। ਹਾਂਜੀ ਆਏ ਅਗਾਊ ਆਦਰ ਠਾਨੈ। ਸਭ ਦੇਵਤੇ ਅੱਗੇ ਖੜੇ ਮਹਾਰਾਜ ਜੀ ਦਾ ਸਤਿਕਾਰ ਕਰਦੇ। ਮਹਾਰਾਜ ਬਿਬਾਨ 'ਚ ਸੱਜ ਕੇ ਜਾ ਰਹੇ, ਮੱਥੇ ਟੇਕ ਰਹੇ ਸਾਰੇ ਜੀ। ਹਾਂਜੀ ਕਲਪ ਬ੍ਰਿਸ਼ ਫੁੱਲਨ ਕੀ ਮਾਲਾ। ਪਹਿਰਾਵੇਂ ਗੁਰ ਗਰੇ ਵਿਸਾਲਾ। ਕਲਪ ਬ੍ਰਿਛ ਜਿਹੜਾ ਹੁੰਦਾ ਨਾ ਜੀ, ਕਲਪ ਬ੍ਰਿਛ ਉਹਨੂੰ ਜਿਹੜੇ ਫੁੱਲ ਲੱਗਦੇ ਆ, ਉਹਨਾਂ ਫੁੱਲਾਂ ਦੀਆਂ ਮਾਲਾਵਾਂ ਮਹਾਰਾਜ ਜੀ ਦੇ ਗਲ ਵਿੱਚ ਪਾਈਆਂ ਜੀ। ਸਤਿਕਾਰ ਕਰਨ ਦਾ ਤਰੀਕਾ ਜੀ। ਫੁੱਲਾਂ ਦੀ ਵਰਖਾ ਕਰਦੇ ਆ। ਜੈ ਜੈਕਾਰ ਸੱਚੇ ਪਾਤਸ਼ਾਹ ਜੀ ਦੀ ਹੋ ਰਹੀ ਹੈ। ਹਾਂਜੀ ਇਤ ਸ਼੍ਰੀ ਅਮਰ ਸਿੱਖ ਜੇ ਸਾਰੇ। ਆਇਸ ਤੇ ਉਰ ਸ਼ੋਕ ਨਿਵਾਰੇ। ਗੱਜ ਕੇ ਆਖੋ ਵਾਹਿਗੁਰੂ। ਉਧਰ ਧਰਤੀ ਤੇ ਕੀ ਹੋ ਰਿਹਾ? ਗੁਰੂ ਅਮਰਦਾਸ ਸਾਹਿਬ ਸਾਰੇ ਸਿੱਖਾਂ ਵਿੱਚ ਬੈਠੇ ਆ। ਧੰਨ ਗੁਰੂ ਅੰਗਦ ਦੇਵ ਜੀ ਦਾ ਸਰੀਰ ਪਿਆ ਹੋਇਆ ਜੀ। ਮਹਾਰਾਜ ਐਸੀ ਕਿਰਪਾ ਕਰ ਗਏ, ਸਾਰੇ ਸਿੱਖਾਂ ਦੇ ਅੰਦਰੋਂ ਸ਼ੋਕ ਕੱਢ ਗਏ ਜੀ। ਭਾਵੇਂ ਕਿ ਦੁੱਖ ਹੈ, ਪਰ ਆਪਣੀ ਮਿਹਰ ਵਰਤਾ ਕੇ ਕੁਝ ਸਮੇਂ ਵਾਸਤੇ ਮਹਾਰਾਜ ਨੇ ਸਾਰਿਆਂ ਨੂੰ ਦੁੱਖ ਰਹਿਤ ਕਰ ਦਿੱਤਾ ਜੀ। ਹਾਂਜੀ ਸਭ ਮਿਲ ਕਰੈ ਕੀਰਤਨ ਚਾਰ। ਸੰਗਤਾਂ ਮਿਲ ਕੇ ਪਤਾ ਕੀ ਕਰ ਰਹੀਆਂ? ਮਹਾਰਾਜ ਜੀ ਦੀਆਂ ਸਿਫਤਾਂ ਦਾ ਕੀਰਤਨ ਕਰਨ ਦਈਆਂ ਜੀ। ਹਾਂਜੀ ਉੱਚੇ ਉੱਚ ਰਹਿਣ ਜੈ ਜੈਕਾਰ। ਸਾਰੇ ਮਹਾਰਾਜ ਜੀ ਦੀ ਜੈ ਜੈਕਾਰ ਆਪਣੀ ਰਸਨਾ ਤੋਂ ਕਰ ਰਹੇ ਨੇ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਧੰਨ ਧੰਨ ਸਤਿਗੁਰੂ ਗੱਜ ਕੇ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਸਰੀਰ ਪਿਆ, ਸਿੱਖ ਗੁਰੂ ਸਾਹਿਬ ਦੀਆਂ ਸਿਫਤਾਂ ਤੇ ਜੈ ਜੈਕਾਰਾਂ ਕਰ ਰਹੇ ਹਨ। ਪੁਨ ਬਿਬਾਨ ਨੀਕੋ ਬਨਵਾਇਵ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਉਸ ਅਸਥਾਨ ਤੇ ਲੈ ਕੇ ਜਾਣਾ ਜਿੱਥੇ ਮਹਾਰਾਜ ਜੀ ਨੇ ਹੁਕਮ ਕੀਤਾ। ਇੱਕ ਸੋਹਣਾ ਬਿਬਾਨ ਬਣਾਇਆ ਜੀ।
ਹਾਂਜੀ। ਮਾਲ ਵਿਸਾਲ ਪੁਸ਼ਪ ਲਰਕਾਇਵ, ਉਸ ਬਿਬਾਨ ਨੂੰ ਫੁੱਲਾਂ ਦੀਆਂ ਮਾਲਾਵਾਂ ਦੇ ਨਾਲ ਸਜਾਇਆ ਗਿਆ ਜੀ, ਫੁੱਲ ਲਾਏ ਜੀ ਉਹਦੇ ਤੇ। ਹਾਂਜੀ। ਸੁੰਦਰ ਬਸਤਰ ਲਾਏ ਦਿਸਚਾਰ, ਚਾਰੇ ਪਾਸੇ ਨਾ ਜੀ ਉਹਦੇ ਬੜਾ ਸੋਹਣਾ ਇੱਕ ਬਸਤਰ ਲਾਇਆ ਜੀ। ਹਾਂਜੀ। ਮਿਲ ਬਹੁਤਨ ਸ਼ੁਭ ਰੀਤ ਸੁਧਾਰ, ਬੜੇ ਸਿੱਖ ਨਾਲੇ ਤੇ ਬੈਰਾਗੀ ਵੀ ਨੇ, ਨਾਲੇ ਮਹਾਰਾਜ ਜੀ ਦੀ ਅੰਤਮ ਯਾਤਰਾ ਵਾਸਤੇ ਬਿਬਾਨ ਤਿਆਰ ਕਰਨ ਦੇ ਜੀ। ਹਾਂਜੀ। ਸਤਿਗੁਰ ਤਨ ਕਰਵਾਏ ਇਸ਼ਨਾਨ, ਉਧਰ ਗੁਰੂ ਅਮਰਦਾਸ ਸਾਹਿਬ ਜੀ ਨੇ, ਬਾਬਾ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਸਾਰਿਆਂ ਨੇ ਮਿਲ ਕੇ ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਵਾਇਆ ਜੀ। ਹਾਂਜੀ। ਬਰ ਅੰਬਰ ਉੱਪਰ ਕੋ ਤਾਨ, ਫਿਰ ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਨੂੰ ਨਾ ਜੀ ਪਿਆਰਿਓ ਇਸ਼ਨਾਨ ਕਰਵਾ ਕੇ ਸੁੰਦਰ ਕੱਪੜੇ ਸਜਾਏ ਜੀ। ਹਾਂਜੀ। ਬੀਚ ਬਿਬਾਨ ਬਹੁਰ ਪੌੜਾਏ, ਇਹ ਮਹਾਰਾਜ ਜੀ ਦਾ ਸਰੀਰ ਤਿਆਰ ਕਰਕੇ ਉਹ ਜਿਹੜਾ ਰੱਥ ਬਿਬਾਨ ਬਣਾਇਆ ਸੀ ਨਾ, ਮਹਾਰਾਜ ਗਰੀਬ ਨਵਾਜ ਜੀ ਦਾ ਸਰੀਰ ਉਹਦੇ ਵਿੱਚ ਸਜਾਇਆ ਜੀ। ਹਾਂਜੀ। ਬੁੱਢੇ ਆਦ ਸੋਲੀਨ ਉਠਾਏ, ਤੇ ਪਿਆਰਿਓ ਕਵੀ ਜੀ ਲਿਖਦੇ ਆ, ਕਹਿੰਦੇ ਆ ਬੁੱਢੇ ਆਦ ਸੋਲੀਨ ਉਠਾਏ। ਉੱਥੇ ਸੰਗਤਾਂ ਵਿੱਚ ਸੰਗਤਾਂ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਵੀ ਸ਼ਾਮਲ ਹਨ। ਬਾਬਾ ਬੁੱਢਾ ਸਾਹਿਬ ਜੀ ਨਾਲ ਮਿਲ ਕੇ ਸਾਰੀ ਕਿਰਿਆ ਕਰਾਈ ਹੈ। ਮਹਾਰਾਜ ਜੀ ਦਾ ਸਰੀਰ ਜਿਹੜਾ ਹੈ ਆਪਣੇ ਮੋਢਿਆਂ ਤੇ ਬਿਬਾਨ ਉਠਾਇਆ। ਜਹਾਂ ਜੁਲਾਹਨ ਸਦਨ ਸਥਾਨ, ਜਿੱਥੇ ਉਸ ਜੁਲਾਹੇ ਦਾ ਘਰ ਸੀ ਨਾ ਜੀ। ਹਾਂਜੀ। ਚਿਖਾ ਰਚੀ ਤੇ ਰੁਚਰ ਮਹਾਨ, ਹੋਰ ਵੀ ਜੁਲਾਹਿਆਂ ਦਾ ਘਰ ਸੀਗਾ। ਉਸ ਥਾਂ ਤੇ ਮਹਾਰਾਜ ਜੀ ਦਾ ਸਰੀਰ ਲੈ ਗਏ ਤੇ ਫਿਰ ਚਿਖਾ ਚਿਣੀ ਜੀ, ਲੱਕੜਾਂ ਲਾਈਆਂ ਜੀ ਉੱਥੇ। ਹਾਂਜੀ। ਚੰਦਨ ਬ੍ਰਿੰਦ ਧਰਿਓ ਤਿਸ ਬੀਚ, ਚੰਦਨ ਦੀਆਂ ਲੱਕੜਾਂ, ਖੂਬ ਚੰਦਨ ਦੀਆਂ ਲੱਕੜਾਂ ਜਿਹੜੀਆਂ ਨਾ ਉਹ ਖੂਬ ਵਰਤੀਆਂ ਜੀ। ਹਾਂਜੀ। ਤਿਲ ਅਧਿਕ ਤਿਲ ਘ੍ਰਿਤ ਅਧਿਕ ਆਨ ਤਿਹ ਸੀਚ, ਹੋਰ ਦੇਸੀ ਘਿਓ, ਹੋਰ ਵਸਤੂਆਂ, ਬੜਾ ਕੁਝ ਗੁਰੂ ਕੇ ਸਿੱਖ ਲੈ ਕੇ ਆਏ। ਸਤਿਗੁਰ ਤਨ ਉੱਪਰ ਪੌੜਾਏ, ਤੇ ਮਹਾਰਾਜ ਗਰੀਬ ਨਵਾਜ ਚਿਖਾ ਉੱਪਰ ਜਦ ਧਰੀ। ਸੱਚੇ ਪਾਤਸ਼ਾਹ ਜੀ ਦਾ ਸਰੀਰ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਜੀ ਦੇ ਪੁੱਤਰ ਸਿੱਖ ਤੇ ਗੁਰੂ ਅਮਰਦਾਸ ਸਾਹਿਬ ਜੀ ਸਾਰਿਆਂ ਨੇ ਮਿਲ ਕੇ ਮਹਾਰਾਜ ਜੀ ਦਾ ਸਰੀਰ ਜਿਹੜਾ ਸੀਗਾ ਉਹ ਸਾਧ ਸੰਗਤ ਜੀ ਉੱਪਰ ਲਿਟਾ ਦਿੱਤਾ ਜੀ। ਹਾਂਜੀ। ਦਾਸੂ ਦੀਨਸ ਅਗਨ ਲਗਾਏ, ਤੇ ਵੱਡੇ ਪੁੱਤਰ ਨੇ ਮਹਾਰਾਜ ਜੀ ਦੇ ਬਾਬਾ ਦਾਸੂ ਜੀ। ਬਾਬਾ ਦਾਸੂ ਜੀ ਨੇ ਆਪ ਆਪਣੇ ਸਰੀਰ, ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸਤਨਾਮ ਕੋ ਸਿਮਰਨ ਕਰੈ, ਹਾਂਜੀ। ਹੋਤ ਕੀਰਤਨ ਸ਼ੁਕ ਹੈ ਹਰੈ। ਸੰਗਤਾਂ ਲਾਗੇ ਕੀ ਜਪ ਰਹੀਆਂ ਜੀ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੰਗਤਾਂ ਲਾਗੇ ਖਲੋ ਕੇ ਨਾਮ ਜਪ ਰਹੀਆਂ, ਕੀਰਤਨ ਕਰ ਰਹੀਆਂ। ਹਾਂਜੀ। ਭਲੀ ਰੀਤ ਸੰਸਕਾਰਨ ਕਰੇ, ਸਾਰੀ ਮਰਜ਼ਾਦਾ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਬਖਸ਼ਿਸ਼ਾਂ ਦੇ ਨਾਲ ਭਰਿਆ ਹੋਇਆ ਜਿਹੜਾ ਸਰੀਰ ਸੀਗਾ ਉਸ ਦਾ ਸੰਸਕਾਰ ਕੀਤਾ ਗਿਆ, ਅਗਨ ਭੇਟ ਕੀਤਾ ਗਿਆ। ਨਮੋ ਠਾਨ ਧਰ ਪਰ ਸਿਰ ਧਰੇ, ਸੰਗਤਾਂ ਉਸ ਸਥਾਨ ਨੂੰ ਵੇਖ ਕੇ ਜਦੋਂ ਵਾਪਸ ਆਉਣਾ ਨਾ ਜੀ, ਧਰਤੀ ਤੇ ਮੱਥਾ ਲਾ ਕੇ ਮੱਥਾ ਟੇਕਿਆ ਸੰਗਤਾਂ ਨੇ। ਆਪਾਂ ਇੱਥੋਂ ਸੁਰਤ ਕਰਕੇ ਟੇਕੀਏ ਮੱਥਾ। ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਮੰਗਲ ਕਰਤ ਰਹੇ ਸਮੁਦਾਏ, ਹਾਂਜੀ। ਗੁਰ ਆਇਸ ਤੇ ਸ਼ੋਕ ਨਸਾਏ। ਮਹਾਰਾਜ ਜੀ ਦਾ ਹੁਕਮ ਸੀ ਵੀ ਕੀਰਤਨ ਕਰਨਾ ਭਾਈ। ਸੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਾਰਿਆਂ ਨੇ ਆਪਣੇ ਮਨ ਵਿੱਚ ਧੀਰਜ ਰੱਖਿਆ ਤੇ ਕੀਰਤਨ ਕੀਤਾ ਜੀ। ਹਾਂਜੀ। ਬੈਠੇ ਬਹੁਰ ਸੋ ਡੇਰ ਨ ਜਾਏ, ਕਹੈ ਸੁਨਹਿ ਗੁਰ ਜਸ ਸਮੁਦਾਏ। ਸਾਰੇ ਅਸਥਾਨ ਤੇ ਆ ਗਏ ਜਿੱਥੇ ਮਹਾਰਾਜ ਦੀ ਰਹਿائش ਸੀਗੀ। ਪਿਆਰਿਓ ਉੱਥੇ ਆ ਕੇ ਬੈਠ ਗਏ ਤੇ ਹੁਣ ਬੈਠ ਕੇ ਕੀ ਕਰਦੇ ਆ? ਮਹਾਰਾਜ ਜੀ ਦਾ ਜਸ ਕਰਦੇ ਆ, ਮਹਾਰਾਜ ਜੀ ਦੇ ਗੁਣਾਂ ਦੀ ਵਿਚਾਰ ਕਰਦੇ। ਵੇਖ ਲਓ ਝਟਪਟ ਹੀ ਮਹਾਰਾਜ ਨੇ ਸਾਰਾ ਕਾਰਜ ਕਰਾ ਦਿੱਤਾ ਜੀ।
ਹਾਂਜੀ। ਸਾਗਰ ਸਮ ਗੰਭੀਰ ਮਹਾਨੇ, ਹਿਰਦੇ ਅਚਲ ਮੇਰੂ ਸਮਠਾਨੇ। ਹੁਣ ਸੰਗਤਾਂ ਆਪਸ ਵਿੱਚ ਬੈਠੀਆਂ ਨਾ ਬਚਨ ਕਰ ਰਹੀਆਂ, ਕਹਿੰਦੇ ਭਾਈ ਮਹਾਰਾਜ ਤੇ ਬਹੁਤ ਗੰਭੀਰ ਸਨ, ਨਾ ਬਹੁਤਾ ਹੱਸਦੇ ਤੇ ਨਾ ਬਹੁਤਾ ਉੱਚੀ ਬੋਲਦੇ ਸਨ ਜੀ, ਬੜੇ ਗੰਭੀਰ ਸਨ। ਉਹਨਾਂ ਦਾ ਹਿਰਦਾ ਐ ਸਥਿਰ ਰਹਿੰਦਾ ਸੀ ਮਹਾਰਾਜ ਦਾ। ਹਾਂਜੀ। ਅਜਰ ਜਰਨ ਜਿਨ ਕੇਰ ਸਮਾਨ। ਦੂਜਾ ਪ੍ਰੇਮੀ ਬੋਲਿਆ, ਕਹਿੰਦਾ ਪਿਆਰਿਓ ਮਹਾਰਾਜ ਅਜਰ ਨੂੰ ਜਰਨ ਵਾਲੇ ਸਨ, ਬੜਾ ਮਹਾਰਾਜ ਨੇ ਜਰ ਕੇ ਰੱਖਿਆ ਆਪਣੇ ਅੰਦਰ। ਅਜਰ ਨੂੰ ਜਰਨ ਵਿੱਚ ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਹਾਂਜੀ। ਭਇਓ ਨਾ ਭੂਤ ਭਵਿੱਖ ਜਹਾਨ। ਇੰਨੀ ਵੱਡੀ ਤਾਕਤ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਨੇ ਜਰ ਕੇ ਰੱਖੀ, ਕੋਈ ਨਹੀਂ ਕਰ ਸਕਦਾ, ਨਾ ਆਉਣ ਵਾਲੇ ਸਮੇਂ 'ਚ ਨਾ ਬੀਤੇ ਸਮੇਂ 'ਚ ਕਿਸੇ ਨੇ ਕੀਤੀ ਹੈ। ਹਾਂਜੀ। ਕਿਰਪਾ ਦ੍ਰਿਸ਼ਟ ਜਿਸ ਭੇਖੈ ਵਿਸ਼ੇਸ਼ੂ। ਇੱਕ ਪ੍ਰੇਮੀ ਲਾਗੋਂ ਹੋਰ ਬੈਠਾ ਬੈਠਾ ਬੋਲਿਆ, ਕਹਿੰਦਾ ਪਿਆਰਿਓ ਜਿਸ ਉੱਤੇ ਗੁਰੂ ਅੰਗਦ ਦੇਵ ਸਾਹਿਬ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਸਨ ਨਾ। ਹਾਂਜੀ। ਦੇ ਉਪਦੇਸ਼ ਨਿਕਤਨ ਕਲੇਸ਼ੂ। ਤੇ ਉਪਦੇਸ਼ ਦਿੰਦੇ ਸਨ ਤੇ ਮਹਾਰਾਜ ਉਹਦੇ ਸਾਰੇ ਦੁੱਖ ਕਲੇਸ਼ ਦੂਰ ਕਰ ਦਿੰਦੇ ਸਨ। ਕੋਈ ਪ੍ਰੇਮੀ ਕੋਈ ਗੱਲ ਸੁਣਾ ਰਿਹਾ, ਕੋਈ ਪ੍ਰੇਮੀ ਕੋਈ ਗੱਲ ਸੁਣਾ ਰਿਹਾ। ਹਾਂਜੀ। ਕਲੀ ਕਾਲ ਅੰਧੇਰ ਗੁਬਾਰਾ, ਤਿੰਨ ਦਰਸ਼ਨ ਦੀਪਕ ਉਜਿਆਰਾ। ਤੇ ਲਾਗੋਂ ਇੱਕ ਪ੍ਰੇਮੀ ਹੋਰ ਬੋਲਿਆ, ਕਹਿੰਦਾ ਪਿਆਰਿਓ ਕਲਯੁਗ ਦਾ ਹਨੇਰਾ ਇਸ ਸਮੇਂ ਸੰਸਾਰ ਵਿੱਚ ਪਸਰਿਆ ਤੇ ਸਤਿਗੁਰੂ ਜੀ ਦੇ ਦਰਸ਼ਨ ਤੇ ਚਾਨਣ ਦੇਣ ਵਾਲੇ ਸਨ। ਹਾਂਜੀ। ਧੰਨ ਧੰਨ ਸ਼੍ਰੀ ਅੰਗਦ ਰੂਪ, ਜਿਨ ਕੀ ਮਹਿਮਾ ਮਹਾ ਅਨੂਪ। ਇੱਕ ਪ੍ਰੇਮੀ ਹੋਰ ਲਾਗੋਂ ਬੋਲਿਆ, ਕਹਿੰਦਾ ਨਾ ਨਾ ਤੁਹਾਡੀਆਂ ਗੱਲਾਂ ਵੀ ਸੱਚੀਆਂ ਨੇ, ਪਰ ਸੱਚ ਤੇ ਹੈ ਆਪਣੀ ਜੀਭ ਤੋਂ ਜਿੰਨੇ ਗੁਣ ਗੁਰੂ ਅੰਗਦ ਦੇਵ ਜੀ ਦੇ ਕਹੋਗੇ ਓਨੇ ਹੀ ਥੋੜੇ ਨੇ। ਮਹਾਰਾਜ ਜੀ ਦੀ ਬੜੀ ਵੱਡੀ ਮਹਿਮਾ ਹੈ। ਕਹਿੰਦੇ ਬਸ ਗੁਣ ਵੇਖ ਕੇ ਇਹੋ ਗੱਲ ਹੀ ਮੁਖੋਂ ਨਿਕਲਦੀ ਹੈ ਕਿ ਮਹਾਰਾਜ ਧੰਨ ਹਨ, ਮਹਾਰਾਜ ਧੰਨ ਹਨ। ਆਪ ਜੀ ਵੀ ਆਖੋ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਧੰਨ ਸਤਿਗੁਰੂ ਹਮਾਰਾ, ਵਾਹਿਗੁਰੂ। ਧੰਨ ਧੰਨ ਸਤਿਗੁਰੂ ਹਮਾਰਾ। ਪ੍ਰੇਮੀ ਕਹਿਣ ਲੱਗਾ ਧੰਨ ਧੰਨ ਨਹੀਂ ਕਹਿਣਾ ਬਣਦਾ। ਹਾਂਜੀ। ਇਤਿਆਦਿਕ ਗੁਣ ਕਹਿ ਸਿਮਰੰਤੇ। ਬਸ ਇਸ ਤਰੀਕੇ ਨਾਲ ਪ੍ਰੇਮੀ ਬੈਠੇ ਮਹਾਰਾਜ ਦੇ ਗੁਣ ਚੇਤਾ ਕਰਨ ਦੇ ਜੀ, ਪਿੱਛੋਂ ਗੁਣ ਹੀ ਰਹਿ ਜਾਂਦੇ, ਯਾਦਾਂ ਰਹਿ ਜਾਂਦੀਆਂ ਜੀ ਆਮ ਬੰਦੇ ਦੀਆਂ ਜੀ। ਮਹਾਰਾਜ ਤੇ ਹਾਜ਼ਰ ਨਾਜ਼ਰ ਨੇ ਸੱਚੇ ਪਾਤਸ਼ਾਹ। ਹਾਂਜੀ। ਕੇਤਕ ਦਿਨ ਜਬ ਕੀਨ ਬਿਤੰਤੇ। ਇਸ ਤਰੀਕੇ ਨਾਲ ਕੁਝ ਕੁ ਦਿਨ ਜਦੋਂ ਲੰਘ ਗਏ ਨਾ ਮਹਾਰਾਜ ਜੀ ਦੇ ਸਰੀਰ ਤਿਆਗੇ ਨੂੰ, ਹਾਂਜੀ, ਅੰਨ ਘ੍ਰਿਤ ਮਿਸ਼ਟਾਨ ਬਿਸਾਲਾ। ਤੇ ਫਿਰ ਬੜਾ ਵੱਡਾ ਲੰਗਰ ਤਿਆਰ ਕੀਤਾ ਗਿਆ, ਅਨਾਜ ਘਿਓ ਖੰਡ। ਹਾਂਜੀ। ਕਰਿਓ ਇਕੱਤਰ ਸਬਨ ਤਿਸ ਕਾਲਾ। ਤੇ ਸਾਰੇ ਸਿੱਖਾਂ ਨੂੰ ਇਕੱਠਿਆਂ ਕੀਤਾ ਗਿਆ, ਲੰਗਰ ਤਿਆਰ ਕੀਤਾ ਗਿਆ, ਬੜੀ ਵੱਡੀ ਗਿਣਤੀ ਵਿੱਚ ਅੰਨ ਆਇਆ ਜੀ। ਹਾਂਜੀ। ਜਹ ਕਹਿ ਤੇ ਸਿੱਖ ਸਾਧ ਹਕਾਰੇ। ਵੱਡੀ ਮਾਤਰਾ ਵਿੱਚ ਅੰਨ ਆਇਆ ਤੇ ਜਿੱਥੇ ਕਿੱਥੇ ਸੰਗਤਾਂ ਨੂੰ ਸੁਨੇਹਾ ਭੇਜ ਦਿੱਤਾ, ਪਿਆਰਿਓ ਮਹਾਰਾਜ ਸਰੀਰ ਤਿਆਗ ਗਏ ਤੇ ਆਓ ਲੰਗਰ ਛਕਾਉਣਾ ਸਾਰਿਆਂ ਨੂੰ। ਗੁਰੂ ਨਾਨਕ ਸਾਹਿਬ ਜੀ ਆਪ ਹੀ ਛਕਾ ਗਏ ਸੀਗੇ ਜੀ, ਬੜਾ ਵੱਡਾ ਲੰਗਰ ਜੀ। ਹਜ਼ਾਰਾਂ ਲੋਕ ਉਸ ਲੰਗਰ 'ਚ ਇੱਕ ਸਮੇਂ ਬਹਿੰਦੇ ਸੀਗੇ ਜੀ, ਐਡਾ ਵੱਡਾ ਲੰਗਰ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ। ਤੇ ਹੁਣ ਸਾਰੀਆਂ ਸਿੱਖ ਸੰਗਤਾਂ ਨੂੰ ਸੱਦੇ ਭੇਜੇ ਗਏ ਜੀ। ਸਭ ਆਏ ਸ਼੍ਰੀ ਸਤਿਗੁਰ ਦੁਆਰੇ। ਸਾਰੀਆਂ ਸੰਗਤਾਂ ਫਿਰ ਖਡੂਰ ਸਾਹਿਬ ਆਈਆਂ ਜੀ। ਹਾਂਜੀ। ਸ਼੍ਰੀ ਗੁਰ ਅਮਰ ਆਪ ਵਿੱਚ ਥਿਰੇ। ਧੰਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪ ਸੰਗਤਾਂ ਵਿੱਚ ਲੱਗੇ ਜੀ। ਹਾਂਜੀ। ਬੀਚ ਰਸੋਈ ਕੇ ਸ਼ੁਭ ਕਰੇ। ਆਪ ਮਹਾਰਾਜ ਭੋਜਨ ਤਿਆਰ ਕਰਵਾਉਣ ਲੱਗੇ ਜੀ। ਹਾਂਜੀ। ਸਭ ਪ੍ਰਕਾਰ ਕਰ ਤਿਆਰ ਆਹਾਰਾ। ਤੇ ਸਾਰੀ ਤਰੀਕਿਆਂ ਨਾਲ ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ ਨਾ ਜੀ,
ਹਾਂਜੀ, ਆਪਰ ਸਿੱਖਿਆ ਮਿਲ ਪਾਕ ਸੁਧਾਰਾ। ਸਾਰੇ ਸਿੱਖਾਂ ਨੂੰ ਬਿਠਾਇਆ ਤੇ ਮਹਾਰਾਜ ਜੀ ਦੀ ਯਾਦ ਵਿੱਚ ਬੜਾ ਵੱਡਾ ਲੰਗਰ ਲਾਇਆ ਜੀ। ਪਿਆਰਿਓ, ਇਹ ਮਰਜ਼ਾਦਾ 'ਚ ਕੋਈ ਸਿੱਖ ਸਰੀਰ ਤਿਆਗਦਾ ਉਹਦੀ ਯਾਦ ਵਿੱਚ ਰੋਵੋ ਨਾ, ਲੰਗਰ ਲਾਓ, ਬਾਣੀ ਪੜੋ, ਕੀਰਤਨ ਕਰੋ। ਹਾਂਜੀ, ਬਹੁ ਪੰਕਤ ਇੱਕ ਸਾਰ ਬਿਠਾਈ। ਇੱਕ ਸਾਰ ਪੰਗਤਾਂ ਲੱਗੀਆਂ ਜੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਆਏ ਦੇਸ਼ਾਂ ਵਿਦੇਸ਼ਾਂ ਵਿੱਚੋਂ। ਲੱਗੇ ਭਰੋਸਨ ਕੋ ਸਮੁਦਾਈ। ਤੇ ਸਾਰੇ ਸਾਧ ਸੰਗਤ ਜੀ ਉਹ ਲੰਗਰ ਵਰਤਾਉਣ ਲੱਗ ਪਏ ਜੀ, ਸੰਗਤਾਂ ਛਕਣ ਲੱਗ ਪਈਆਂ। ਸਵਾਦ ਵਿਸਾਲ ਅਚਹ ਸਭ ਸੰਗਤ, ਬੈਠ ਬੈਠ ਕਰ ਆਪਣੀ ਪੰਗਤ। ਹਾਂਜੀ, ਸਭ ਤ੍ਰਿਪਤਾਏ ਅਚ ਸਵਾਦ ਆਹਾਰਾ, ਕੀਨਸ ਇਨ ਗੁਰ ਪੂਰਬ ਉਦਾਰਾ। ਮਹਾਰਾਜ ਗਰੀਬ ਨਵਾਜ ਜੀ ਦੇ ਯਾਦ ਵਿੱਚ ਫਿਰ ਸਾਰਿਆਂ ਨੇ ਖੁੱਲਾ ਲੰਗਰ ਲਾਇਆ ਤੇ ਸੰਗਤਾਂ ਨੇ ਛਕਿਆ ਜੀ। ਤੇ ਪੁਰਬ ਕੀਤਾ ਜੀ, ਇੱਕ ਮੇਲਾ ਕੀਤਾ ਜਿਹਦੇ ਵਿੱਚ ਸੰਗਤਾਂ ਆਈਆਂ, ਕਥਾ ਹੋਈ, ਕੀਰਤਨ ਹੋਇਆ। ਹਾਂਜੀ, ਸ਼੍ਰੀ ਅੰਗਦ ਗੁਰ ਸਿਮਰਨ ਕਰ ਕਰ। ਸੰਗਤਾਂ ਨਾਲ ਨਾਲ ਤੇ ਲੰਗਰ ਛਕਦੀਆਂ ਤੇ ਨਾਲ ਨਾਲ ਸਤਿਗੁਰੂ ਜੀ ਦੇ ਗੁਣ ਚੇਤਾ ਕਰਦੀਆਂ ਜੀ, ਮਹਾਰਾਜ ਜੀ ਦਾ ਸਿਮਰਨ ਕਰਦੀਆਂ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਚੇਤੇ ਕਰਦੀਆਂ। ਬੰਦਤ ਕਰ ਬੰਦਹਿ ਸਥਿਰ ਧਰ ਧਰ। ਤੇ ਜਿਸ ਸਥਾਨ ਤੇ ਮਹਾਰਾਜ ਜੀ ਦੇ ਸਰੀਰ ਦਾ ਅੰਗੀਠਾ ਸੀ ਨਾ, ਉੱਥੇ ਜਿੱਥੇ ਸਰੀਰ ਨੂੰ ਅਗਨ ਭੇਟ ਕੀਤਾ, ਸੰਗਤਾਂ ਮੱਥਾ ਰੱਖ ਕੇ ਮੱਥਾ ਟੇਕਣ ਦਈਆਂ ਉੱਥੇ ਜੀ। ਸੰਗਤ ਜੀ, ਇਹਨਾਂ ਸਥਾਨਾਂ ਦਾ ਬੜਾ ਵੱਡਾ ਮਹਾਤਮ ਚ ਹੈ। ਮਹਾਰਾਜ ਇਹਨਾਂ ਸਥਾਨਾਂ ਤੇ ਹਾਜ਼ਰ ਨਾਜ਼ਰ ਹਨ ਸੱਚੇ ਪਾਤਸ਼ਾਹ। ਹਾਂਜੀ, ਸ਼੍ਰੀ ਨਾਨਕ ਕੋ ਲੇਕਰ ਨਾਮਾ, ਕਰ ਅਰਦਾਸ ਸਰਬ ਅਭਿਰਾਮਾ। ਸੰਗਤਾਂ ਨਾਲ ਨਾਲ ਤੇ ਮਹਾਰਾਜ ਜੀ ਦਾ ਨਾਮ ਲੈਂਦੀਆਂ, ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ ਜੀ ਦਾ, ਤੇ ਅਰਦਾਸ ਕਰਦੀਆਂ ਜੀ। ਹਾਂਜੀ, ਮਸਤਕ ਟੇਕਤ ਸੰਗਤ ਸਾਰੀ, ਕਰ ਉਤਸ਼ਾਹ ਮਿਲੀ ਤਿਸ ਬਾਰੀ। ਔਰ ਬੜੇ ਪਿਆਰ ਨਾਲ ਹਜ਼ਾਰਾਂ ਸੰਗਤਾਂ ਆਈਆਂ, ਹਜ਼ਾਰਾਂ ਸੰਗਤਾਂ ਨੇ ਉੱਥੇ ਮੱਥਾ ਰੱਖ ਰੱਖ ਕੇ ਮੱਥਾ ਟੇਕਿਆ ਜੀ। ਮਸਤਕ ਟੇਕਤ, ਆਪਾਂ ਦੇ ਮੱਥਾ ਵੀ ਨਹੀਂ ਰੱਖਦੇ ਚੰਗੀ ਤਰ੍ਹਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ। ਹਾਂਜੀ, ਦਾਸੂ ਅਰ ਦਾਤੂ ਕੇ ਮਨ ਕੀ, ਲਖ ਸ਼੍ਰੀ ਅਮਰ ਗੁਰ ਬਿਦ ਇਨ ਠਾਕੀ। ਤੇ ਮਹਾਰਾਜ ਨੇ ਹੁਕਮ ਕੀਤਾ ਸੀਗਾ ਗੁਰੂ ਅਮਰਦਾਸ ਜੀ ਨੂੰ ਵੀ ਤੁਸੀਂ ਗੋਇੰਦਵਾਲ ਰਹਿਣਾ ਜੀ। ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਮਨ ਈਰਖਾ ਨਾ ਕਿਤੇ ਕਰਨ। ਹਾਂਜੀ, ਹੋਏ ਨਮਰ ਪਦ ਪਰ ਕਰ ਨਮੋ, ਸੰਗਤ ਭਈ ਸੰਗ ਤਿਹ ਸਮੋ। ਉਸ ਸਮੇਂ ਫਿਰ ਕੁਝ ਸਮੇਂ ਬਾਅਦ, ਸਾਰਾ ਮੇਲਾ ਸੰਪੂਰਨ ਹੋਣ ਤੋਂ ਬਾਅਦ, ਗੁਰੂ ਅਮਰਦਾਸ ਜੀ ਨੇ ਸਤਿਗੁਰਾਂ ਦੇ ਦੋਵਾਂ ਪੁੱਤਰਾਂ ਨੂੰ ਨਮਸਕਾਰ ਕੀਤੀ ਜੀ ਤੇ ਵਾਪਸ ਤੁਰ ਪਏ ਜੀ ਗੋਇੰਦਵਾਲ ਸਾਹਿਬ ਨੂੰ। ਬਹੁਤ ਸਾਰੀਆਂ ਸੰਗਤਾਂ ਵੀ ਗੋਇੰਦਵਾਲ ਸਾਹਿਬ ਨੂੰ ਤੁਰ ਪਈਆਂ। ਕਿਉਂ? ਹੁਣ ਜੇ ਕੋਈ ਆਸਰਾ ਤੇ ਗੁਰੂ ਅਮਰਦਾਸ ਸਾਹਿਬ ਹੀ ਹਨ ਜੀ। ਹਾਂਜੀ, ਗੋਇੰਦਵਾਲ ਪੰਥ ਚੱਲ ਪਰੇ, ਮੁਖ ਖਡੂਰ ਦੇਸ਼ ਤੇ ਵਾਹ ਵਾਹ। ਬੱਧ ਧਰੇ। ਗੱਜ ਕੇ ਆਖੋ ਵਾਹ। ਵੇਖੋ ਸ਼ਰਧਾ, ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਹੈ, ਪਰ ਜਦੋਂ ਮਹਾਰਾਜ ਸਰੀਰ 'ਚ ਹੁੰਦੇ ਸਨ ਤੇ ਪਿਆਰਿਓ ਗੁਰੂ ਅਮਰਦਾਸ ਸਾਹਿਬ 3 ਕੋਹ ਤੱਕ ਪਿੱਠ ਨਹੀਂ ਸੀ ਕਰਦੇ ਜੀ। ਉਸੇ ਤਰੀਕੇ ਨਾਲ ਪਿਛਲ ਪੈਰ ਜਾ ਰਹੇ ਜੀ ਕਿ ਸਤਿਗੁਰਾਂ ਦੇ ਅਸਥਾਨ ਵੱਲ ਵੀ ਪਿੱਠ ਨਹੀਂ ਕਰਨੀ। ਇਹਦਾ ਮਤਲਬ ਸਮਝਿਓ, ਅਸੀਂ ਇਹਨਾਂ ਮਹਾਨ ਅਸਥਾਨਾਂ ਤੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਤੇ ਕਈ ਵਾਰੀ ਜਾ ਕੇ ਵੇਖਿਆ ਹਾ ਹਾ ਹੂ ਹੀ ਲਾਈ ਹੁੰਦੀ ਹੈ। ਜਦੋਂ ਇਹਨਾਂ ਸਥਾਨਾਂ ਤੇ ਜਾਵਣਾ, ਬੜੇ ਪਿਆਰ ਨਾਲ ਜਾਵਣਾ, ਬਹੁਤ ਪਿਆਰ ਨਾਲ, ਸ਼ਰਧਾ ਨਾਲ। ਤੇ ਵੇਖ ਲਓ, ਗੁਰੂ ਦੇ ਅਸਥਾਨ ਦਾ ਸਤਿਕਾਰ ਜੇ ਸਿੱਖਣਾ ਨਾ, ਤੇ ਗੁਰੂ ਅਮਰਦਾਸ ਜੀ ਕੋ ਸਿੱਖੋ ਜੀ। ਹਾਂਜੀ, ਪਾਸ਼ਲ ਦਿਸ਼ਾ ਗਮਨ ਤੇ ਜਾਏ। ਇਸ ਤਰੀਕੇ ਨਾਲ ਪਿਛਲ ਪੈਰ ਸੰਗਤਾਂ ਸਮੇਤ ਮਹਾਰਾਜ ਜਾ ਰਹੇ ਆ। ਹਾਂਜੀ, ਇਸੀ ਪ੍ਰਕਾਰ ਪਹੁੰਚ ਤਿਸ ਥਾਏ। ਉਸ ਸਥਾਨ ਤੇ ਪਹੁੰਚੇ ਜਿੱਥੇ ਜਾ ਕੇ ਮੱਥਾ ਟੇਕਦੇ ਹੁੰਦੇ ਸਨ। ਹਾਂਜੀ, ਸ਼੍ਰੀ ਅੰਗਦ ਕੋ ਸਿਮਰਨ ਕਰਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਫਿਰ ਚੇਤਾ ਕੀਤਾ ਜੀ। ਹਾਂਜੀ, ਮਸਤਕ ਧਰਨੀ ਪਰ ਨਿਜ ਧਰ ਕੇ। ਫਿਰ ਧਰਤੀ ਤੇ ਮੱਥਾ ਟੇਕਿਆ ਜੀ, ਉਹ ਨੇਮ ਨਹੀਂ ਛੱਡਿਆ ਜੀ। ਹਾਂਜੀ,
ਨਮਸਕਾਰ ਕਰ ਪ੍ਰੇਮ ਪ੍ਰਬੀਨ। ਇੱਕ ਕੋ ਗੋਇੰਦਵਾਲ ਸਾਹਿਬ ਰਹਿ ਗਿਆ, ਫਿਰ ਮੁੱਖ ਗੋਇੰਦਵਾਲ ਸਾਹਿਬ ਨੂੰ ਕਰ ਲਿਆ। ਹਾਂਜੀ। ਗੋਇੰਦਵਾਲ ਦੇਸ਼ ਮੁਖ ਕੀਨ, ਜਾਏ ਆਪਣੇ ਸਦਨ ਬਿਰਾਜੇ, ਗੁਰਤਾ ਗਾਦੀ ਪਰ ਸ਼ੁਭ ਸਾਜੇ। ਫਿਰ ਆਪਣੇ ਘਰ ਵਿੱਚ ਜਾ ਕੇ ਸੱਜ ਗਏ ਤੇ ਗੁਰਤਾ ਗੱਦੀ ਦੇ ਮਾਲਕ ਬਣ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਦੋਹਰਾ 16 ਸਹਿ ਸੰਮਤ ਹੁਤੋ, 9 ਉਪਰ ਤਿਸ ਜਾਨ। ਹਾਂਜੀ। ਚੇਤ ਸੁਦੀ ਤਿਥ ਚੌਥ, ਤਬ ਸ਼੍ਰੀ ਅੰਗਦ ਪ੍ਰਸਥਾਨ। ਸੰਮਤ 1609 ਨੂੰ ਚੇਤ ਸੁਦੀ ਚੌਥ ਵਾਲੇ ਦਿਨ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਜੋਤੀ ਜੋਤ ਸਮਾਏ ਜੀ। ਹਾਂਜੀ। ਤ੍ਰੇਹਣ ਕੁਲ ਬਾਹਜ ਬਰਨ, ਫੇਰੂ ਪਿਤਾ ਸੁਭਾਗ। ਮਹਾਰਾਜ ਖੱਤਰੀ ਜਾਤ ਦੀ ਤ੍ਰੇਹਣ ਕੁਲ ਵਿੱਚ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ। ਹਾਂਜੀ। ਸਭ ਹਰਾਈ ਮਾਤਾ ਹੁਤੀ, ਸ਼੍ਰੀ ਅੰਗਦ ਸੁਖ ਬਾਗ। ਤੇ ਮਾਤਾ ਜੀ ਦਾ ਨਾਮ ਮਾਤਾ ਸਭਰਾਈ ਜੀ, ਸੁੱਖਾਂ ਦੇ ਦਾਤੇ ਉਹਨਾਂ ਦੇ ਘਰ ਵਿੱਚ ਆਏ ਜੀ। ਆਗਮਨ ਕਿੱਥੇ ਹੋਇਆ ਮਹਾਰਾਜ ਦਾ? ਆਗਮਨ ਹੋਇਆ ਸਾਧ ਸੰਗਤ ਜੀ ਉਹ ਫਿਰੋਜ਼ਪੁਰ ਦੇ ਵਿੱਚ ਜੀ। ਜਿੱਥੇ ਮੱਤੇ ਕੀ ਸਰਾਂ ਹੈ ਨਾ, ਉੱਥੇ ਮਹਾਰਾਜ ਜੀ ਦਾ ਆਗਮਨ ਹੋਇਆ ਜੀ। ਹਾਂਜੀ। ਖੀਵੀ ਨਾਮ ਸੋ ਭਾਰਜਾ, ਪਤ ਬ੍ਰਤ ਧਰਮ ਸਦੀਵ। ਤੇ ਮਹਾਰਾਜ ਜੀ ਦੇ ਘਰੋਂ ਸਾਡੇ ਸਤਿਕਾਰਯੋਗ ਮਾਤਾ ਜੀ, ਜਿਹੜੇ ਪਤੀ ਵਰਤਾ ਧਰਮ ਵਿੱਚ ਪੂਰੇ ਨੇ, ਜਗਤ ਮਾਤਾ ਧੰਨ ਮਾਤਾ ਖੀਵੀ ਜੀ, ਜਿਨ੍ਹਾਂ ਦਾ ਨਾਮ ਗੁਰੂ ਦੀ ਬਾਣੀ ਵਿੱਚ ਵੀ ਆਇਆ ਜੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੀ। ਮਾਤਾ ਖੀਵੀ ਜੀ ਦਾ ਨਾਮ। ਹਾਂਜੀ। ਦਾਸੂ ਦਾਤੂ ਪੁੱਤਰ ਦੋਏ, ਮਹਾਸ਼ਕਤ ਜੁਤ ਥੀਵ। ਤੇ 2 ਪੁੱਤਰ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ, ਬੜੀ ਵੱਡੀ ਸ਼ਕਤੀ ਵਾਲੇ ਹੋਏ ਜੀ ਬਾਅਦ ਵਿੱਚ। ਹਾਂਜੀ। ਸੰਮਤ ਦਵਾਦਸ਼ ਮਾਸ ਖਟ, 9 ਦਿਨ ਉਪਰ ਚੀਨ। 12 ਸਾਲ 6 ਮਹੀਨੇ ਤੇ 9 ਦਿਨ। ਹਾਂਜੀ। ਗੁਰਤਾ ਗਾਦੀ ਪਰ ਥਿਰੇ, ਅੰਗਦ ਗੁਰੂ ਪਰਬੀਨ। ਮਹਾਰਾਜ ਗੁਰਤਾ ਗੱਦੀ ਤੇ ਸੱਜੇ ਜੀ। ਧਿਆਨ ਨਾਲ ਸੁਣਿਓ। 12 ਸਾਲ 6 ਮਹੀਨੇ ਤੇ 9 ਦਿਨ ਮਹਾਰਾਜ ਗੁਰਤਾ ਗੱਦੀ ਤੇ ਸੱਜੇ ਬਿਰਾਜਮਾਨ ਰਹੇ ਜੀ। ਹਾਂਜੀ। ਪਠ ਹੈ ਸੁਨ ਹੈ ਇਤਿਹਾਸ ਕੋ, ਆਸ਼ਾ ਪੂਰਨ ਹੋਏ। ਜਿਹੜਾ ਇਹ ਇਤਿਹਾਸ ਆਪ ਪੜ੍ਹੇਗਾ ਜਾਂ ਕਿਸੇ ਦੇ ਮੁਖ ਤੋਂ ਪ੍ਰੇਮ ਨਾਲ ਸੁਣੇਗਾ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਪਿਆਰਿਓ ਗੁਰੂ ਅੰਗਦ ਦੇਵ ਸਾਹਿਬ ਕਿਰਪਾ ਕਰਨਗੇ, ਉਹਦੀਆਂ ਸਭ ਆਸਾਂ ਪੂਰੀਆਂ ਹੋਣਗੀਆਂ। ਕਹਿਣ ਲੱਗੇ। ਹਾਂਜੀ। ਇਹ ਦੂਸਰ ਪਾਤਸ਼ਾਹ ਕੋ, ਕਰਿਓ ਸੁਨਿਓ ਜਿਮ ਜੋਏ। ਇਹ ਦੂਸਰੀ ਪਾਤਸ਼ਾਹੀ ਦਾ ਇਤਿਹਾਸ ਹੈ। ਕਹਿਣ ਲੱਗੇ ਜਿਵੇਂ ਹੋਇਆ ਉਵੇਂ ਮੈਂ ਕਥਨ ਕੀਤਾ। ਕਥਨ ਕਰਦਿਆਂ ਬੜੀਆਂ ਹੀ ਭੁੱਲਾਂ ਹੋਈਆਂ। ਕਵੀ ਸੰਤੋਖ ਸਿੰਘ ਕਹਿੰਦੇ ਮੈਨੂੰ ਬਖਸ਼ ਲਓ। ਫਿਰ ਸੁਣੋ। ਪਠ ਹੈ ਸੁਨ ਹੈ ਇਤਿਹਾਸ ਕੋ, ਆਸ਼ਾ ਪੂਰਨ ਹੋਏ। ਇਹ ਦੂਸਰ ਪਾਤਸ਼ਾਹ ਕੋ, ਕਰਿਓ ਸੁਨਿਓ ਜਿਮ ਜੋਏ। ਇਹ ਦੂਸਰੀ ਪਾਤਸ਼ਾਹੀ ਦਾ ਇਤਿਹਾਸ ਸੀ। ਮਹਾਰਾਜ 12 ਸਾਲ 6 ਮਹੀਨੇ 9 ਦਿਨ ਗੁਰਤਾ ਗੱਦੀ ਤੇ ਬੈਠ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦਿੰਦੇ ਰਹੇ, ਸੰਗਤਾਂ ਉੱਤੇ ਮਿਹਰਾਂ ਵਰਸਾਉਂਦੇ ਰਹੇ। ਅੱਗੋਂ ਹੁਣ ਜੋ ਇਤਿਹਾਸ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਕਹੋ, ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ,
ਜੋਤੀ ਜੋਤ ਰਲੀ ਜੋਤੀ ਜੋਤ ਰਲੀ ਜੋਤੀ ਜੋਤ ਰਲੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।